ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। परम सन्मानयोग गुरु प्यारे गुरु सवारे गुरुमुख जनों, सिख मिशनरी कॉलेज वालों चल रही इस गुरमत क्लास विच आप सारिਆਂ ਨੂੰ जी आया। हर शनिचरवार ਅਸੀਂ ਪ੍ਰੈਜੈਂਟੇਸ਼ਨ ਰਾਹੀਂ ਆਪ ਜੀ ਦੇ ਨਾਲ ਸਾਂਝ ਪਾਉਂਦੇ ਹਾਂ। ਵੱਖਰੇ ਵੱਖਰੇ ਸਬਜੈਕਟ, ਵੱਖਰੇ ਵੱਖਰੇ ਵਿਸ਼ੇ ਤੇ ਵਿਚਾਰਾਂ ਹੁੰਦੀਆਂ ਹਨ। ਅੱਜ ਸਾਡੇ ਨਾਲ ਵਿਚਾਰ ਕਰਨ ਲਈ ਸਾਡੇ ਵਿੱਚ ਹਾਜ਼ਰ ਹਨ ਕੈਪਟਨ ਜਸ਼ਪਾਲ ਸਿੰਘ ਜੀ, ਜੋ ਪਿੱਛੇ ਵੀ ਲਗਾਤਾਰ ਸਾਡੇ ਨਾਲ ਜੁੜੇ ਹੋਏ ਹਨ। ਅੱਜ ਦਾ ਉਹਨਾਂ ਦਾ ਵਿਸ਼ਾ ਹੈ ਭਾਣਾ। ਭਾਣਾ ਇੱਕ ਲਫ਼ਜ਼ ਛੋਟਾ, ਦੋ ਅੱਖਰਾਂ ਤੋਂ ਬਣਿਆ, ਦੋ ਇਹਦੇ ਵਰਡ ਨੇ ਸਾਰੇ, ਬਾਕੀ ਮਾਤਰਾਵਾਂ ਕੰਨੇ ਦੀਆਂ ਲੱਗੀਆਂ ਹੋਈਆਂ ਨੇ, ਲੇਕਿਨ ਇਹਦੇ ਅਰਥ ਭਾਵ ਬੜੇ ਡੂੰਘੇ ਹਨ। ਆਮ ਤੌਰ ਤੇ ਲਫ਼ਜ਼ ਸਾਡੇ ਫੈਮਲੀਜ਼ ਦੇ ਵਿੱਚ, ਘਰਾਂ ਵਿੱਚ ਵਰਤਿਆ ਹੀ ਜਾਂਦਾ ਹੈ। ਖਾਸ ਕਰਕੇ ਮਰਨ ਦੇ ਸਮੇਂ ਤਾਂ ਭਾਣਾ ਦੀ ਗੱਲ ਆਮ ਹੀ ਕਰ ਦਿੱਤੀ ਜੀ, ਭਾਣਾ ਮਰਨਾ ਹੀ ਪੈਣਾ ਜੀ, ਭਾਣਾ ਭਾਣਾ। ਜਦ ਕਿ ਗੁਰਬਾਣੀ ਵਿੱਚ ਭਾਣੇ ਲਫ਼ਜ਼ ਨੂੰ ਜਨਮ ਲਈ ਵੀ ਵਰਤਿਆ ਗਿਆ ਤੇ ਮਰਨ ਲਈ ਵੀ ਵਰਤਿਆ ਗਿਆ। ਅਸਲ ਵਿੱਚ ਭਾਣਾ ਲਫ਼ਜ਼ ਹੁਕਮ ਰਜਾਈ ਚੱਲਣ ਦੀ, ਜਾਚ ਸਿੱਖਣ ਦੀ ਗੱਲ ਹੈ। ਇਹ ਭਾਣਾ ਲਫ਼ਜ਼ ਦੇ ਕੀ ਅਰਥ ਹਨ, ਇਹਦੀ ਵਿਆਖਿਆ ਕੀ ਹੈ, ਇਹ ਅੱਜ ਸਾਡੇ ਨਾਲ ਸਾਂਝ ਪਾ ਰਹੇ ਹਨ ਕੈਪਟਨ ਜਸ਼ਪਾਲ ਸਿੰਘ ਜੀ। ਮੈਂ ਉਹਨਾਂ ਨੂੰ ਬੇਨਤੀ ਕਰਦਾ ਹਾਂ ਕਿ ਅੱਜ ਦੀ ਇਹ ਕਲਾਸ ਕੈਪਟਨ ਜਸ਼ਪਾਲ ਸਿੰਘ ਜੀ ਆਰੰਭ ਕਰਨ। ਵੀਰ ਜਸ਼ਪਾਲ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜ਼ੂਮ ਰਾਹੀਂ ਸਾਰੇ ਵੀਰ ਭੈਣ ਜੋ ਇਸ ਕਲਾਸ ਵਿੱਚ ਜੁੜ ਬੈਠੇ ਹਨ, ਉਹਨਾਂ ਨੂੰ ਸਨਿਮਰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਵਿਸ਼ਾ, ਜਿਵੇਂ ਕਿ ਵੀਰ ਹਰਜੀਤ ਸਿੰਘ ਜੀ ਨੇ ਆਪ ਸਾਰਿਆਂ ਨੂੰ ਜਾਣੂ ਕਰਵਾਇਆ ਹੈ, ਉਹ ਹੈ ਭਾਣਾ। ਤੇ ਜਿਵੇਂ ਕਿ ਉਹਨਾਂ ਨੇ ਦੱਸਿਆ, ਇਸ ਗੱਲ ਦਾ ਜ਼ਿਕਰ ਮੈਂ ਵੀ ਕਰਾਂਗਾ ਕਿ ਇਹ ਸ਼ਬਦ ਸਾਡੇ ਸਿੱਖ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਬਣ ਚੁੱਕਾ ਹੈ। ਤੇ ਆਮ ਤੌਰ ਤੇ ਜਦੋਂ ਕੋਈ ਹਾਦਸਾ ਹੋ ਜਾਏ, ਹੜ੍ਹ ਆ ਜਾਣ, ਪ੍ਰਾਪਰਟੀ ਦਾ, ਸਮਾਨ ਦਾ ਬਹੁਤ ਨੁਕਸਾਨ ਹੋ ਜਾਏ, ਕਿਤੇ ਬਿਜ਼ਨਸ ਬਹੁਤ ਵੱਡਾ ਘਾਟਾ ਪੈ ਜਾਏ, ਜਾਂ ਸਰੀਰ ਦਾ ਰੂਹ ਨਾਲੋਂ ਵਿਛੋੜਾ ਹੋ ਜਾਏ, ਅਰਥਾਤ ਦੁਨਿਆਵੀ ਤੌਰ ਤੇ ਜੋ ਅਸੀਂ ਦੇਖਦੇ ਹਾਂ ਕਿ ਜਿਹੜੀਆਂ ਚੀਜ਼ਾਂ ਸਾਨੂੰ ਚੰਗੀਆਂ ਨਹੀਂ ਲੱਗਦੀਆਂ, ਮਾਇਆ ਦੇ ਪ੍ਰਭਾਵ ਹੇਠ ਜਿਨ੍ਹਾਂ ਨੂੰ ਅਸੀਂ ਮਾੜਾ ਸਮਝਦੇ ਹਾਂ, ਉਹਨਾਂ ਨੂੰ ਨਾਲ ਅਸੀਂ ਸ਼ਬਦ ਭਾਣਾ ਜੋੜਿਆ ਹੋਇਆ। ਇਹ ਦੇਖੋ ਜੀ, ਕੋਈ ਫੇਲ ਹੋ ਗਿਆ ਤੇ ਕਹਿੰਦਾ ਚਲੋ ਜੀ ਭਾਣਾ ਮਿੱਠਾ ਮੰਨਣਾ ਪੈਣਾ। ਕਿਤੇ ਫੈਕਟਰੀ ਨੂੰ ਅੱਗ ਲੱਗ ਗਈ, ਕਹਿੰਦੇ ਚਲੋ ਜੀ ਇਹ ਭਾਣਾ ਕੀ ਵਾਪਰ ਪਿਆ। ਕੋਈ ਡੈਥ ਹੋ ਗਈ, ਇਹੋ ਜਿਹਾ ਭਾਣਾ ਵਾਪਰ ਗਿਆ। ਪਰ ਅਸੀਂ ਦੇਖਾਂਗੇ ਗੁਰਬਾਣੀ ਦੀ ਦਿਸ਼ਾ ਵਿੱਚ ਅਸੀਂ ਸਾਰੀ ਗੱਲਾਂ ਸਿੱਖਣੀਆਂ ਨੇ, ਆਪਣੇ ਅੰਦਾਜ਼ੇ ਦੇ ਨਾਲ ਅਸੀਂ ਕੋਈ ਅਟਕਲਾਂ ਨਹੀਂ ਲਗਾਉਣੀਆਂ। ਸੋ ਪਹਿਲੇ ਤਾਂ ਦੇਖੀਏ ਇਹ ਭਾਣਾ ਸ਼ਬਦ ਦੇ ਅਰਥ ਕੀ ਨੇ। ਭਾਣਾ ਦਾ ਅਰਥ ਹੈ ਮਰਜ਼ੀ, ਰਜ਼ਾ, ਇੱਛਾ ਅਤੇ ਹੁਕਮ। ਤੇ ਭਾਣਾ ਦਾ ਮਤਲਬ ਇਹ ਵੀ ਹੈ ਕਿ ਮਰਜ਼ੀ ਦਾ ਮਤਲਬ ਹੈ ਜੋ ਚੀਜ਼ ਕਿਸੇ ਨੂੰ ਭਾਉਂਦੀ ਹੈ। ਆਮ ਤੌਰ ਤੇ ਅਸੀਂ ਭਾਣਾ ਵਾਹਿਗੁਰੂ ਦੇ ਮਰਜ਼ੀ, ਵਾਹਿਗੁਰੂ ਦੀ ਇੱਛਾ ਦੇ ਸੰਦਰਭ ਵਿੱਚ ਹੀ ਵਰਤਦੇ ਹਾਂ। ਪਰ ਅਸੀਂ ਗੁਰਬਾਣੀ ਦੇ ਰਾਹੀਂ ਜੇ ਉਦਾਹਰਣ ਲਵਾਂਗੇ, ਅਸੀਂ ਦੇਖਾਂਗੇ ਕਿ ਜਿਵੇਂ ਰੱਬ ਦਾ ਭਾਣਾ ਹੁੰਦਾ ਹੈ, ਇਸ ਤਰ੍ਹਾਂ ਹਰ ਮਨੁੱਖ ਦਾ ਆਪਣਾ ਭਾਣਾ ਵੀ ਹੁੰਦਾ ਹੈ। ਸੋ ਭਾਣਾ ਮੀਨਸ ਮਰਜ਼ੀ, ਰਜ਼ਾ, ਇੱਛਾ, ਹੁਕਮ। ਹਰ ਮਨੁੱਖ ਦਾ ਆਪਣਾ ਆਪਣਾ ਭਾਣਾ ਹੈ। ਉਹ ਕਹਿੰਦਾ ਇਹ ਮੈਨੂੰ ਭਾਉਂਦਾ ਹੈ, ਇਹ ਮੈਨੂੰ ਚੰਗਾ ਲੱਗਦਾ ਹੈ। ਉਹ ਜਿਹੜੀ ਚੀਜ਼ ਚੰਗੀ ਲੱਗਦੀ ਹੈ, ਉਹ ਕਹਿੰਦੇ ਮੈਨੂੰ ਇਹ ਭਾ ਗਈ, ਇਹ ਮੇਰਾ ਭਾਣਾ ਹੈ, ਇਹ ਮੇਰੀ ਮਰਜ਼ੀ ਹੈ, ਇਹ ਮੇਰੀ ਇੱਛਾ ਹੈ, ਇਹ ਗੱਲ ਮੈਨੂੰ ਫੱਬਦੀ ਹੈ। ਸੋ ਇਹ ਜਿਹੜੀ ਚੀਜ਼ ਹੈ, ਇਹ ਦੋਨੋਂ ਗੱਲਾਂ ਨੂੰ ਅਸੀਂ ਨਾਲ ਜੋੜ ਕੇ ਦੇਖਾਂਗੇ। ਸੋ ਜਿਵੇਂ ਕਿ ਵੀਰ ਹਰਜੀਤ ਸਿੰਘ ਨੇ ਦੱਸਿਆ ਕਿ ਜਦੋਂ ਅਸੀਂ ਕਹਿੰਦੇ ਹਾਂ ਵੀ ਇਹ ਭਾਣਾ ਵਾਪਰ ਗਿਆ, ਇਹ ਭਾਣਾ ਹੋ ਗਿਆ, ਉਹ ਜ਼ਿਆਦਾਤਰ ਅਸੀਂ ਜਿਹੜੇ ਸਟੇਟਮੈਂਟ ਦਿੰਦੇ ਹਾਂ, ਕਥਨ ਕਰਦੇ ਹਾਂ, ਇਹ ਹਮੇਸ਼ਾ ਜਦੋਂ ਕੋਈ ਚੀਜ਼ ਦੁਨਿਆਵੀ ਤੌਰ ਤੇ ਘਾਟੇ ਦੀ ਵਾਪਰਦੀ ਹੈ, ਅਰਥਾਤ ਕੋਈ ਮ੍ਰਿਤੂ ਹੁੰਦੀ ਹੈ, ਕੋਈ ਲਾਸ ਹੁੰਦਾ ਹੈ, ਫਾਈਨੈਂਸ਼ੀਅਲ ਲਾਸ ਹੁੰਦਾ ਹੈ, ਜਾਂ ਕੋਈ ਇਹੋ ਜਿਹੀ ਗੱਲ ਵਾਪਰਦੀ ਹੈ ਜਿਹੜੀ ਸਾਨੂੰ ਚੰਗੀ ਨਹੀਂ ਲੱਗਦੀ, ਅਸੀਂ ਉਹਨੂੰ ਭਾਣਾ ਸ਼ਬਦ ਦਾ, ਉਹਨੂੰ ਭਾਣਾ ਦੀ ਅਸੀਂ ਵਿਸ਼ੇਸ਼ਣ, ਉਹਦਾ ਨਾਂ ਦੇ ਦਿੰਦੇ ਹਾਂ। ਪਰ ਗੁਰਬਾਣੀ ਸਾਨੂੰ ਸਮਝਾਉਂਦੀ ਹੈ, ਕਹਿੰਦੇ ਜਾ ਤਿਸ ਭਾਣਾ ਤਾਂ ਜੰਮਿਆ, ਅਰਥਾਤ ਜੋ ਜੀਵ ਦਾ ਜਨਮ ਹੁੰਦਾ ਹੈ, ਪਰਿਵਾਰ ਵਿੱਚ ਪ੍ਰਵੇਸ਼ ਹੁੰਦਾ ਹੈ, ਉਹ ਵੀ ਰੱਬ ਦਾ ਭਾਣਾ ਹੀ ਹੈ। ਤੇ ਅਸੀਂ ਅੱਗੇ ਵੀ ਦੇਖਾਂਗੇ ਕਿ ਅਕਾਲ ਪੁਰਖ ਇਹ ਜਗਤ ਵਿੱਚ ਜੋ ਕੁਝ ਵੀ ਹੋ ਰਿਹਾ ਹੈ,
ਹਰ ਘੜੀ, ਹਰ ਸਕਿੰਟ ਜੋ ਵਾਪਰ ਰਿਹਾ ਹੈ, ਉਹ ਸਭ ਕੁਝ ਹੀ ਪਰਮਾਤਮਾ ਦਾ ਭਾਣਾ ਹੈ। ਕਹਿੰਦੇ ਜਾ ਤਿਸ ਭਾਣਾ ਤਾਂ ਜੰਮਿਆ। ਜਦੋਂ ਪਰਮਾਤਮਾ ਦਾ ਭਾਣਾ ਹੋਇਆ, ਜਦੋਂ ਪਰਮਾਤਮਾ ਨੂੰ ਭਾਇਆ, ਜਦੋਂ ਪਰਮਾਤਮਾ ਦੀ ਰਜ਼ਾ ਹੋਈ, ਜਦੋਂ ਪਰਮਾਤਮਾ ਦੀ ਇੱਛਾ ਹੋਈ, ਤਾਂ ਜੀਵ ਜੰਮਦਾ ਹੈ ਤੇ ਪਰਿਵਾਰ ਭਲਾ ਪਾਇਆ। ਤੇ ਪਰਿਵਾਰ ਦੇ ਵਿੱਚ ਉਹ ਜੀਵ ਭਲਾ ਲੱਗਦਾ ਹੈ, ਪਿਆਰਾ ਲੱਗਦਾ ਹੈ, ਉਹਦੇ ਨਾਲ ਮੋਹ ਪੈ ਜਾਂਦਾ ਹੈ। ਤੇ ਇਸ ਮੋਹ ਦੇ ਸਦਕਾ ਲਿਵ ਛੁੜਕੀ ਪਰਮਾਤਮਾ ਦੇ ਨਾਲ ਜਿਹੜੀ ਲਗਨ ਲੱਗੀ ਹੋਣੀ ਸੀ ਜਾਂ ਲੱਗੀ ਰਹਿਣੀ ਚਾਹੀਦੀ ਸੀ, ਉਹ ਟੁੱਟ ਜਾਂਦੀ ਹੈ। ਤੇ ਲੱਗੀ ਤ੍ਰਿਸ਼ਨਾ, ਮਾਇਆ ਦੀ ਤ੍ਰਿਸ਼ਨਾ ਪ੍ਰਬਲ ਹੋ ਜਾਂਦੀ ਹੈ, ਉਹ ਜੁੜ ਜਾਂਦੀ ਹੈ, ਉਹ ਲੱਗ ਜਾਂਦੀ ਹੈ। ਮਾਇਆ ਅਮਰ ਵਰਤਾਇਆ। ਅਮਰ ਦਾ ਮਤਲਬ ਇੱਥੇ ਹੁਕਮ, ਹਕੂਮਤ। ਤੇ ਮਾਇਆ ਦੀ ਹਕੂਮਤ ਜਿਹੜੀ ਹੈ ਉਹ ਵਰਤ ਜਾਂਦੀ ਹੈ। ਅਰਥਾਤ ਜੀਵ ਦੇ ਜੀਵਨ ਦੇ ਵਿੱਚ ਮਾਇਆ ਜਿਹੜੀ ਹੈ ਉਹਦਾ ਪ੍ਰਭਾਵ ਜਿਹੜਾ ਹੈ ਉਹ ਭਾਰੂ ਪੈ ਜਾਂਦਾ ਹੈ, ਭਾਰੂ ਹੋ ਜਾਂਦਾ ਹੈ। ਸੋ ਇਹ ਗੱਲ ਸਾਨੂੰ ਸਮਝ ਆ ਗਈ ਕਿ ਜਿਹੜਾ ਸਾਡਾ ਮਰਨ ਹੈ, ਸਿਰਫ ਉਹੀ ਭਾਣਾ ਨਹੀਂ ਹੈ, ਜੋ ਸਾਡਾ ਜਨਮ ਹੈ ਉਹ ਵੀ ਵਾਹਿਗੁਰੂ ਦਾ ਭਾਣਾ ਹੀ ਹੈ। ਜੋ ਤਿਸ ਭਾਣਾ ਸੋਈ ਹੁਆ, ਹੋਣੀ ਜਿਹੜੀ ਅਸੀਂ ਗੱਲ ਕੀਤੀ ਵੀ ਜੋ ਕੁਝ ਵੀ ਹੋ ਰਿਹਾ ਹੈ ਅਕਾਲ ਪੁਰਖ ਦੀ ਆਪਣੀ ਖੇਡ ਹੈ। ਜਿਵੇਂ ਬਾਜ਼ੀਗਰ ਇੱਕ ਬਾਜ਼ੀ ਪਾਈ, ਪੂਰੇ ਗੁਰ ਤੇ ਨਦਰੀ ਆਈ। ਇਹ ਬਾਜ਼ੀਗਰ ਦੀ ਅਕਾਲ ਪੁਰਖ ਨੂੰ ਬਾਜ਼ੀਗਰ ਕਿਹਾ ਵਾਹਿਗੁਰੂ ਜੀ ਨੇ। ਇਹ ਆਪਣਾ ਗੁਰੂ ਸਾਹਿਬ ਨੇ ਅਕਾਲ ਪੁਰਖ ਵਾਹਿਗੁਰੂ ਨੂੰ ਇੱਕ ਬਾਜ਼ੀਗਰ ਕਿਹਾ। ਬਾਜ਼ੀਗਰ ਇੱਕ ਬਾਜ਼ੀ ਪਾਈ, ਤੇ ਵਾਹਿਗੁਰੂ ਨੇ ਇੱਕ ਬਾਜ਼ੀ ਪਾਈ ਹੋਈ ਹੈ ਬਾਜ਼ੀਗਰ ਨੇ। ਪਰ ਇਹ ਬਾਜ਼ੀ ਨਜ਼ਰ ਕਦੋਂ ਆਉਂਦੀ ਹੈ, ਇਹਦੀ ਸਮਝ ਕਦੋਂ ਪੈਂਦੀ? ਕਹਿੰਦੇ ਪੂਰੇ ਗੁਰੂ ਤੇ ਨਦਰੀ ਆਈ। ਪੂਰਨ ਗੁਰੂ ਦੇ ਗਿਆਨ ਰਾਹੀਂ, ਪੂਰੇ ਗੁਰੂ ਦੇ ਬਾਣੀ ਨੂੰ ਪੜ੍ਹ ਕੇ ਵਿਚਾਰ ਕੇ ਇਹ ਗੱਲ ਸਮਝ ਆਉਂਦੀ ਹੈ ਕਿ ਜੋ ਇਹ ਸਾਰਾ ਜਗਤ ਹੈ ਆਲੇ ਦੁਆਲੇ ਸਾਡੇ ਵਾਪਰ ਰਿਹਾ ਹੈ ਤੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਖੇਡ ਹੈ। ਤੇ ਜਿਹਨੂੰ ਗੱਲ ਸਮਝ ਆ ਜਾਂਦੀ ਹੈ, ਫਿਰ ਕਹਿੰਦੇ ਉਹ ਸਦਾ ਅਲਿਪਤ ਰਹੇ ਗੁਰ ਸ਼ਬਦੀ। ਅਲਿਪਤ ਮਨੇ ਅਲੇਪ, ਨਿਰਲੇਪ, ਅਛੋ। ਉਹ ਇਸ ਸਾਰੀ ਖੇਡ ਦੇ ਵਿੱਚ ਖਚਿਤ ਨਹੀਂ ਹੁੰਦਾ। ਸਦਾ ਅਲਿਪਤ ਰਹੇ ਗੁਰ ਸ਼ਬਦੀ। ਗੁਰੂ ਦੇ ਸ਼ਬਦ ਦੀ ਬਰਕਤ ਸਦਕਾ ਉਹ ਮਨੁੱਖ ਹਮੇਸ਼ਾ ਇਸ ਜਗਤ ਵਿੱਚ ਰਹਿੰਦੇ ਹੋਏ ਇਸ ਜਗਤ ਰੂਪੀ ਖੇਡ ਤੋਂ ਅਛੋਹ ਰਹਿੰਦਾ ਹੈ, ਉਹਦੇ ਪ੍ਰਭਾਵ ਤੋਂ ਮੁਕਤ ਰਹਿੰਦਾ ਹੈ। ਤੇ ਕਰਦਾ ਕੀ ਹੈ? ਸੱਚੇ ਸਿਉ ਚਿਤ ਲਾਏ, ਸੱਚੇ ਸਿਉ ਚਿਤ ਲਾਏ ਦਾ। ਤੇ ਆਪਣਾ ਚਿੱਤ, ਆਪਣੀ ਸੁਰਤ ਜਿਹੜੀ ਹੈ, ਆਪਣਾ ਮਨ ਸਦਾ ਥਿਰ ਪਰਮਾਤਮਾ ਜੋ ਬਾਜ਼ੀਗਰ ਹੈ ਇਸ ਖੇਡ ਦਾ, ਉਹਦੇ ਨਾਲ ਜੋੜ ਕੇ ਰੱਖਦਾ ਹੈ। ਸੋ ਕਹਿੰਦੇ ਜੋ ਤਿਸ ਭਾਣਾ ਸੋਈ ਹੁਆ, ਅਵਰ ਨਾ ਕਰਨਾ ਵਾਲਾ ਦੁਆ। ਇੱਕ ਇੱਕ ਸ਼ਬਦ ਜਿਹੜਾ ਹੈ ਉਹ ਸਾਡੇ ਭਰਮ, ਸਾਡੇ ਭੁਲੇਖੇ, ਸਾਡੇ ਡਰ, ਸਾਡੇ ਸਹਿਮ ਦੂਰ ਕਰਨ ਵਾਲਾ ਹੈ। ਕੋਈ ਸ਼ਨਿਚਰਬੜੀ ਤੋਂ ਡਰਦਾ ਹੈ, ਕੋਈ ਵੀਰਵਾਰ ਤੋਂ ਡਰਦਾ ਹੈ, ਕੋਈ ਜਾਦੂ ਟੂਣੇ ਤੋਂ ਡਰਦਾ ਹੈ, ਕੋਈ ਭੂਤਾਂ ਪ੍ਰੇਤਾਂ ਤੋਂ ਡਰਦਾ ਹੈ, ਕੋਈ ਸ਼ਰੀਕੇ ਤੋਂ ਡਰਦਾ ਹੈ, ਕੋਈ ਕਿਸੇ ਰੰਗ ਤੋਂ ਡਰਦਾ ਹੈ, ਕੋਈ ਕਿਸੇ ਗਿਣਤੀ ਤੋਂ ਡਰਦਾ ਹੈ, ਕੋਈ ਕਿਸੇ ਦਿਨ ਤੋਂ ਡਰਦਾ ਹੈ, ਕੋਈ ਕਿਸੇ ਤਰੀਕ ਤੋਂ ਡਰਦਾ ਹੈ। ਕਿੰਨੇ ਹੀ ਸਬੱਬ ਨੇ ਡਰਨ ਦੇ, ਮਤਲਬ ਕਿ ਇੰਨੇ ਡਰ ਨੇ ਲੋਕਾਂ ਦੇ। ਪਰ ਗੁਰੂ ਸਾਹਿਬ ਕਹਿੰਦੇ ਜੋ ਤਿਸ ਭਾਣਾ ਸੋਈ ਹੁਆ। ਜੋ ਵਾਹਿਗੁਰੂ ਦੀ ਰਜ਼ਾ ਹੈ, ਜੋ ਵਾਹਿਗੁਰੂ ਦੀ ਮਰਜ਼ੀ ਹੈ, ਉਹੀ ਹੋ ਰਿਹਾ ਹੈ। ਵਾਹਿਗੁਰੂ ਦੀ ਰਜ਼ਾ ਤੋਂ ਬਿਨਾਂ ਕੁਝ ਨਹੀਂ ਹੋ ਰਿਹਾ। ਤੇ ਕਹਿੰਦੇ ਅਵਰ ਨਾ ਕਰਨਾ ਵਾਲਾ ਦੁਆ। ਦੂਜੀ ਕੋਈ ਹੋਰ ਸ਼ੈ, ਕੋਈ ਰਾਹੂ, ਕੋਈ ਕੇਤੂ, ਕੋਈ ਗ੍ਰਹਿ, ਕੋਈ ਤਾਰਾ, ਕੋਈ ਤੁਹਾਡਾ ਸ਼ਰੀਕ, ਜਾਂ ਕੋਈ ਤੁਹਾਡਾ ਅਖੌਤੀ ਦੁਸ਼ਮਣ, ਜਾਂ ਕੋਈ ਹੋਰ ਬੰਦਾ ਨਾ ਤੁਹਾਡਾ ਕੋਈ ਕੰਮ ਵਿਗਾੜ ਸਕਦਾ ਹੈ ਤੇ ਨਾ ਹੀ ਤੁਹਾਡਾ ਕੋਈ ਕੰਮ ਸਵਾਰ ਸਕਦਾ ਹੈ। ਅਵਰ ਨਾ ਕਰਨਾ ਵਾਲਾ ਦੁਆ। ਹੋਰ ਕੋਈ ਦੂਜਾ ਕਰਨ ਵਾਲਾ ਨਹੀਂ ਹੈ। ਅਗਲੀ ਪੰਕਤੀ ਵਿੱਚ ਗੁਰੂ ਸਾਹਿਬ ਮਨ ਨੂੰ ਸੰਬੋਧਨ ਕਰਕੇ ਸਮਝਾਉਂਦੇ ਹਨ ਬੜੇ ਸੋਹਣੇ ਢੰਗ ਨਾਲ। ਕਹਿੰਦੇ ਸੁਣ ਮੂਰਖ ਮਨ ਅਜਾਣਾ। ਇਹ ਮੇਰੇ ਮੂਰਖ ਤੇ ਅਣਜਾਣ ਮਨ ਸੁਣ। ਹੋਗ, ਹੋਗ ਅਰਥਾਤ ਹੋਏਗਾ, ਤਿਸੈ ਕਾ ਭਾਣਾ। ਵਾਹਿਗੁਰੂ ਦਾ ਭਾਣਾ ਹੀ ਵਾਪਰੇਗਾ। ਅਰਥਾਤ ਜੋ ਵਾਹਿਗੁਰੂ ਨੂੰ ਚੰਗਾ ਲੱਗੇਗਾ, ਜੋ ਵਾਹਿਗੁਰੂ ਨੂੰ ਭਾਏਗਾ, ਜੋ ਵਾਹਿਗੁਰੂ ਦੀ ਇੱਛਾ ਹੋਏਗੀ ਉਹੀ ਹੋਏਗਾ। ਸ਼ਾਹ ਹਮਾਰਾ ਠਾਕੁਰ ਭਾਰਾ। ਸਾਡਾ ਠਾਕੁਰ ਜਿਹੜਾ ਹੈ, ਸਾਡਾ ਮਾਲਿਕ ਹੈ, ਉਹ ਬੜਾ ਭਾਰਾ, ਬੜਾ ਤਗੜਾ ਹੈ ਤੇ ਉਹ ਬੜਾ ਵੱਡਾ ਸ਼ਾਹੂਕਾਰ ਹੈ। ਹਮ ਤਿਸਕੇ ਵਣਜਾਰੇ। ਤੇ ਅਸੀਂ ਸਾਰੇ ਜੀਵ ਉਸਦੇ ਭੇਜੇ ਹੋਏ ਵਣਜਾਰੇ ਹਾਂ। ਤੇ ਇੱਥੇ ਨਾਮ ਧਨ ਦਾ, ਪ੍ਰਮਾਤਮਾ ਦੀ ਸਿਫਤ ਸਲਾਹ ਦੀ ਜਿਹੜੀ ਬੰਦਗੀ ਹੈ ਉਹਦਾ ਵਣਜ ਕਰਨ ਆਏ ਹਾਂ। ਜਿਉ ਪਿੰਡ ਸਭ ਰਾਸ ਤਿਸੈ ਕੀ। ਇਹ ਜਿੰਦ, ਇਹ ਪਿੰਡ ਸਰੀਰ, ਇਹ ਸਾਰਾ ਸਰਮਾਇਆ ਉਸ ਅਕਾਲ ਪੁਰਖ ਵਾਹਿਗੁਰੂ ਦਾ ਹੈ। ਮਾਰ ਆਪੇ ਜੀ ਵਾਲੇ। ਵਾਹਿਗੁਰੂ ਆਪ ਹੀ ਮਾਰਨ ਵਾਲਾ ਹੈ ਤੇ ਵਾਹਿਗੁਰੂ ਆਪ ਹੀ ਜੀਉਣ ਵਾਲਾ ਹੈ। ਅਰਥਾਤ ਮਾਰੈ ਰਾਖੈ ਏਕੋ ਆਪ, ਸਦਾ ਸਦਾ ਨਾਨਕ ਹਰ ਜਾਪ। ਅਰਥਾਤ ਜੇ ਮਾਰਨ ਵਾਲਾ ਵੀ ਉਹੀ ਹੈ, ਜੀਵਾਲਣ ਵਾਲਾ ਵੀ ਉਹੀ ਹੈ,
ਤੇ ਜਨਮ ਤੋਂ ਲੈ ਕੇ ਮਰਨ ਤੱਕ ਸਾਨੂੰ ਸਵਾਰਨ ਵਾਲਾ, ਨਿਵਾਜਣ ਵਾਲਾ, ਪਾਲਣ ਵਾਲਾ ਉਹੀ ਹੈ। ਤੇ ਸਿਰਫ ਇਸ ਵਾਹਿਗੁਰੂ ਦਾ ਆਸਰਾ ਹੀ ਤੱਕਣਾ ਚਾਹੀਦਾ ਹੈ, ਕੋਈ ਹੋਰ ਪਰਾਈ ਝਾਕ ਨਹੀਂ ਰੱਖਣੀ ਚਾਹੀਦੀ। ਇਹ ਜਿਹੜੀਆਂ ਪੰਕਤੀਆਂ ਨੇ, ਇਹਨਾਂ ਰਾਹੀਂ ਸਾਨੂੰ ਬੜੀਆਂ ਗੱਲਾਂ ਸਿੱਖਣ ਨੂੰ ਮਿਲਣਗੀਆਂ। ਗੁਰੂ ਸਾਹਿਬ ਕਹਿੰਦੇ ਨੇ, ਮੈਂ ਆਪਣੇ ਗੁਰੂ ਕੋਲ ਪੁੱਛਦਾ, ਸਤਿਗੁਰ ਪੁੱਛੋਂ ਜਾਏ, ਕਿ ਸਤਿਗੁਰੂ ਜੀ ਦੱਸੋ ਕਿ ਇਹ ਮਾਇਆ ਨੂੰ ਟੱਕਰ ਦੇਣ ਲਈ, ਗੁਣਾਂ ਨੂੰ ਸੰਗ੍ਰਹਿ ਕਰਨ ਲਈ, ਔਗਣਾਂ ਤੋਂ ਨਿਜਾਤ ਪਾਉਣ ਲਈ, ਸੁਖੀ ਹੋਣ ਲਈ, ਦੁੱਖ ਕਲੇਸ਼ ਤੋਂ ਮੁਕਤੀ ਪਾਉਣ ਲਈ ਕਿਸੋਂ ਸੇਵੀ, ਮੈਂ ਕਿਹਦੀ ਸੇਵਾ ਕਰਾਂ, ਕਿਆ ਜਪ ਕਰੀ, ਮੈਂ ਕਿਹਦਾ ਜਾਪ ਕਰਾਂ। ਇਹ ਤੇ ਬੜਾ ਹੀ ਕਾਮਨ ਸਵਾਲ ਹੈ ਨਾ ਸਾਡਾ, ਜਾਪ ਦੇ ਬਾਰੇ, ਧਿਆਨ ਦੇ ਬਾਰੇ, ਬੜੇ ਇੱਦਾਂ ਦੇ ਸਵਾਲ ਨੇ ਸੇਵਾ ਬਾਰੇ। ਸੋ ਗੁਰੂ ਸਾਹਿਬ ਬੜਾ ਸੋਹਣਾ ਕਹਿੰਦੇ ਨੇ, ਕਹਿੰਦੇ ਕਿਸ ਹੋਂ ਸੇਵੀ, ਕਿਆ ਜਪ ਕਰੀ, ਸਤਿਗੁਰ ਪੁੱਛੋਂ ਜਾਏ। ਮੈਂ ਸਤਿਗੁਰੂ ਕੋਲੋਂ ਪੁੱਛਦਾ ਵੀ ਗੁਰੂ ਜੀ ਦੱਸੋ ਮੈਂ ਕਿਹਦੀ ਸੇਵਾ ਕਰਾਂ, ਮੈਂ ਕਿਹੜਾ ਜਪ ਕਰਾਂ। ਤੇ ਗੁਰੂ ਸਾਹਿਬ ਅੱਗੇ ਜਵਾਬ ਦਿੰਦੇ ਨੇ, ਕਹਿੰਦੇ ਸਤਿਗੁਰ ਕਾ ਭਾਣਾ ਮੰਨ ਲਈ, ਬਸ ਤੂੰ ਸਤਿਗੁਰੂ ਦਾ ਭਾਣੇ ਨੂੰ ਮੰਨਣਾ ਹੈ। ਇੱਥੇ ਗਏ ਵੀ ਗੱਲ ਸਮਝ ਲਈਏ, ਜੋ ਸਤਿਗੁਰੂ ਦਾ ਭਾਣਾ ਹੈ ਉਹੀ ਵਾਹਿਗੁਰੂ ਦਾ ਭਾਣਾ ਹੈ। ਇੱਕ ਵਾਰ ਦਾਸ ਨੇ ਪਹਿਲਾਂ ਵੀ ਕਲਾਸ ਵਿੱਚ ਆਪਣੀ ਇੱਕ ਆਬਜ਼ਰਵੇਸ਼ਨ, ਆਪਣਾ ਇੱਕ ਅਨੁਭਵ ਸਾਂਝਾ ਕੀਤਾ ਸੀਗਾ ਕਿ ਸੰਪੂਰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਸੀਂ ਇਹ ਕਹਿ ਸਕਦੇ ਹਾਂ ਨਾਮ ਦੀ ਵਿਆਖਿਆ ਹੈ, ਹੁਕਮ ਦੀ ਵਿਆਖਿਆ ਹੈ। ਇਹ ਹੁਕਮ ਨੂੰ ਬੁੱਝਣਾ, ਬਾਣੀ ਨੂੰ ਪੜ੍ਹ ਕੇ ਵਿਚਾਰ ਕੇ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਨੂੰ ਬੁੱਝਣਾ, ਉਹਨੂੰ ਸਮਝਣਾ ਹੈ। ਜਿਹੜਾ ਗੱਲ ਗੁਰੂ ਸਾਹਿਬ ਨੇ ਜਪਜੀ ਸਾਹਿਬ 'ਚ ਕਹੀ ਹੈ, ਨਾਨਕ ਹਉਮੈ, ਦੂਜੀ ਪੜ ਜਾਂਦਾ, ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹੇ ਨਾ ਕੋਏ। ਹੁਕਮ ਨੂੰ ਬੁੱਝਣਾ। ਸੋ ਇਹ ਹੁਕਮ ਨੂੰ ਬੁੱਝਣ ਦਾ ਕੰਮ ਤੇ ਗੁਰੂ ਸਾਹਿਬ ਨੇ ਦੱਸਿਆ ਕਿ ਬਾਣੀ ਰਾਹੀਂ ਹੀ ਹੋਣਾ ਹੈ। ਸੋ ਹੁਕਮ ਨਾ ਬੁੱਝੇ ਬਹੁਤਾ ਰੋਵੇ, ਜਿਹੜਾ ਬੰਦਾ ਹੁਕਮ ਨਹੀਂ ਬੁੱਝਦਾ ਉਹਨੂੰ ਫਿਰ ਰੋਣਾ ਪੈਂਦਾ ਹੈ। ਸੋ ਇਹ ਹੁਕਮ ਨੂੰ, ਬਾਣੀ ਨੂੰ ਪੜ੍ਹਨਾ, ਉਸ ਹੁਕਮ ਨੂੰ ਬੁੱਝਣਾ ਹੀ ਹੈ। ਸੋ ਸਤਿਗੁਰੂ ਕਾ ਭਾਣਾ ਮੰਨ ਲਈ, ਵਿੱਚੋਂ ਆਪ ਗਵਾਏ, ਆਪਣੀ ਆਪਣਤ ਛੱਡ ਕੇ, ਆਪਣੀ ਸਿਆਣਪ, ਆਪਣੀ ਚਤੁਰਾਈ, ਆਪਣੀ ਹਉਮੈ ਨੂੰ ਛੱਡ ਕੇ, ਗਵਾ ਕੇ ਸਤਿਗੁਰੂ ਦੇ ਭਾਣੇ ਨੂੰ ਮੰਨ ਲੈ। ਗੁਰੂ ਸਾਹਿਬ ਦਾ ਇਹ ਹੁਕਮ ਹੈ। ਫਿਰ ਅੱਗੇ ਕਹਿੰਦੇ, ਗੁਰੂ ਸਾਹਿਬ ਕਹਿੰਦੇ, ਇਹਾ ਸੇਵਾ ਚਾਕਰੀ, ਅਰਥਾਤ ਸਤਿਗੁਰੂ ਦੇ ਭਾਣੇ ਨੂੰ ਮੰਨਣਾ ਇਹੀ ਅਸਲ ਸੇਵਾ ਹੈ, ਇਹੀ ਅਸਲ ਚਾਕਰੀ ਹੈ। ਤੇ ਇਸ ਸੇਵਾ ਚਾਕਰੀ ਦੀ ਬਰਕਤ ਦੇ ਨਾਲ ਨਾਮ ਵਸੈ ਮਨ ਆਏ, ਪਰਮਾਤਮਾ ਦਾ, ਅਕਾਲ ਪੁਰਖ ਦਾ ਨਾਮ ਹਿਰਦੇ ਵਿੱਚ ਵਸ ਜਾਂਦਾ ਹੈ। ਸੋ ਇਧਰੋਂ ਗੱਲ ਸਪਸ਼ਟ ਹੋ ਗਈ ਕਿ ਕੱਲਾ ਵਾਹਿਗੁਰੂ ਵਾਹਿਗੁਰੂ ਅੰਦਾਜ਼ੇ ਨਾਲ ਨਹੀਂ ਕਰਨਾ। ਅਸੀਂ ਵਾਹਿਗੁਰੂ ਵਾਹਿਗੁਰੂ ਕਰਨਾ ਹੈ, ਪਰ ਬਾਣੀ ਪੜ੍ਹ ਕੇ, ਵਿਚਾਰ ਕੇ, ਬਾਣੀ ਦੇ ਦਿਸ਼ਾ ਨਿਰਦੇਸ਼ ਵਿੱਚ ਉਸ ਹੁਕਮ ਨੂੰ ਬੁੱਝ ਕੇ, ਸਮਝ ਕੇ ਕਰਨਾ ਹੈ। ਫਿਰ ਕਹਿੰਦੇ, ਨਾਮੈ ਹੀ ਤੇ ਸੁਖ ਪਾਈ ਹੈ, ਸੱਚੈ ਸ਼ਬਦ ਸੁਹਾਏ। ਤੇ ਨਾਮ ਵਸਣ ਦਾ ਸਦਕਾ ਹੀ ਆਤਮਿਕ ਸੁਖ, ਸਦੀਵੀ ਸੁਖ ਪ੍ਰਾਪਤ ਹੋਏਗਾ, ਪ੍ਰਾਪਤ ਹੁੰਦਾ ਹੈ। ਸੱਚੈ ਸ਼ਬਦ ਸੁਹਾਏ, ਤੇ ਸਦਾ ਥਿਰ ਪਰਮਾਤਮਾ ਦੀ ਸਿਫਤ ਸਲਾਹ ਦਾ ਜੋ ਸ਼ਬਦ ਹੈ, ਬਾਣੀ ਹੈ, ਸੁਹਾਏ, ਉਹਦੇ ਨਾਲ ਇਹ ਜੀਵਨ ਬੜਾ ਸੋਹਣਾ ਬਣ ਜਾਂਦਾ ਹੈ। ਆਤਮਿਕ ਜੀਵਨ ਬੜਾ ਸੁੰਦਰਤਾ ਵਾਲਾ ਬਣ ਜਾਂਦਾ ਹੈ। ਸਿਫਤ ਸਲਾਹਣ ਤੇਰਾ ਹੁਕਮ ਰਜ਼ਾਈ, ਸਾਰੀ ਗੱਲਾਂ ਬੜੀਆਂ ਗੁਰੂ ਸਾਹਿਬ ਨੇ ਸਪਸ਼ਟ ਕੀਤੀਆਂ ਨੇ। ਤੇਰਾ ਹੁਕਮ ਰਜ਼ਾਈ, ਰਜ਼ਾਈ ਦਾ ਮਤਲਬ ਹੈ ਰਜ਼ਾ ਦਾ ਮਾਲਕ ਵਾਹਿਗੁਰੂ। ਹੇ ਰਜ਼ਾ ਦੇ ਮਾਲਿਕ ਰਜ਼ਾਈ ਵਾਹਿਗੁਰੂ ਜੀਓ, ਤੇਰਾ ਹੁਕਮ, ਤੇਰੇ ਹੁਕਮ ਨੂੰ ਸਿਰ ਮੱਥੇ ਮੰਨਣਾ, ਸਿਫਤ ਸਲਾਹਣ, ਇਹ ਤੇਰੀ ਸਿਫਤ ਸਲਾਹ ਕਰਨ ਦੇ ਅਬਤੁੱਲ ਹੈ। ਅਸੀਂ ਪਹਿਲੇ ਵੀ ਇਹ ਗੱਲ ਸਾਂਝੀ ਕੀਤੀ ਹੈ, ਬਾਣੀ ਨੂੰ ਪੜ੍ਹਨਾ, ਬਾਣੀ ਨੂੰ ਵਿਚਾਰਨਾ, ਕੀਰਤਨ ਸੁਣਨਾ, ਸੰਗਤ ਕਰਨੀ, ਸੇਵਾ ਕਰਨੀ, ਨਾਮ ਜਪਣਾ, ਜਿੰਨੇ ਵੀ ਹੈ ਅਸੀਂ ਸਿੱਖੀ ਦੇ ਜਿਹੜੇ ਅਲੱਗ-ਅਲੱਗ ਰੂਪ ਵਿੱਚ ਅਸੀਂ ਇਹ ਕੰਮ ਕਰਦੇ ਹਾਂ, ਇਹ ਸਾਰਿਆਂ ਦਾ ਨਤੀਜਾ ਕੀ ਨਿਕਲਣਾ ਚਾਹੀਦਾ ਹੈ, ਸਾਰਿਆਂ ਦਾ ਸਿੱਟਾ ਕੀ ਨਿਕਲਣਾ ਚਾਹੀਦਾ ਹੈ? ਜੋ ਤੁਧ ਭਾਵੈ ਸਾਈ ਭਲੀ ਕਾਰ, ਹੁਕਮ ਰਜ਼ਾਈ ਚੱਲਣਾ। ਪਰਮਾਤਮਾ ਦਾ ਹੁਕਮ ਸਾਨੂੰ ਮਿੱਠਾ ਲੱਗਣ ਲੱਗ ਜਾਏ, ਪਰਮਾਤਮਾ ਦੀ ਆਗਿਆ ਸਾਨੂੰ ਮਿੱਠੀ ਲੱਗਣ ਲੱਗ ਜਾਏ, ਇਹ ਸ਼ਿਖਰ ਹੈ, ਇਹ ਨਤੀਜਾ ਨਿਕਲਣਾ ਚਾਹੀਦਾ ਹੈ। ਬਾਣੀ ਪੜ੍ਹਨ ਦਾ, ਬਾਣੀ ਗਾਣ ਦਾ, ਕੀਰਤਨ ਸੁਣਨ ਦਾ, ਸੇਵਾ ਕਰਨ ਦਾ, ਇਹ ਸਿੱਟਾ ਨਿਕਲਣਾ ਚਾਹੀਦਾ। ਤਾਂ ਹੀ ਗੁਰੂ ਸਾਹਿਬ ਕਹਿੰਦੇ ਨੇ, ਸਿਫਤ ਸਲਾਹਣ ਤੇਰਾ ਹੁਕਮ ਰਜ਼ਾਈ, ਇਹ ਰਜ਼ਾ ਦੇ ਮਾਲਿਕ ਰਜ਼ਾਈ ਵਾਹਿਗੁਰੂ ਜੀਓ, ਤੇਰੇ ਹੁਕਮ ਨੂੰ ਸਿਰ ਮੱਥੇ ਮਿੱਠਾ ਮੰਨਣਾ, ਇਹ ਤੇਰੀ ਸਿਫਤ ਸਲਾਹਣ ਹੈ। ਸੋ ਗਿਆਨ ਧਿਆਨ ਜੋ ਤੁਧ ਭਾਈ, ਇੱਥੇ ਭਾਈ ਦਾ ਮਤਲਬ ਬ੍ਰਦਰ ਨਹੀਂ ਹੈ, ਭਾਈ ਜੋ ਤੈਨੂੰ ਭਾ ਗਿਆ। ਹੇ ਵਾਹਿਗੁਰੂ ਜੀ, ਜੋ ਤੁਹਾਨੂੰ ਭਾਉਂਦਾ ਹੈ ਉਹ ਮੈਨੂੰ ਵੀ ਭਾ ਜਾਏ, ਉਹਨੂੰ ਮੈਂ ਮਿੱਠਾ ਕਰਕੇ ਮੰਨ ਲਵਾਂ। ਇਹੀ ਅਸਲ ਗਿਆਨ ਹੈ, ਇਹੀ ਅਸਲ ਧਿਆਨ ਹੈ, ਇਹੀ ਅਸਲ ਸਮਾਧੀ ਹੈ। ਸੋ ਇਧਰੋਂ ਵੀ ਸਪਸ਼ਟ ਹੋ ਗਿਆ,
ਇਹ ਜਿਹੜੇ ਧਿਆਨ ਦੇ ਲੱਗਦੇ ਨਾ, ਧਿਆਨ ਸ਼ਿਵਰ, ਇਹ 15 ਮਿੰਟ ਦਾ ਧਿਆਨ ਲਾਓ, ਇਹ 20 ਮਿੰਟ ਦਾ ਧਿਆਨ ਲਾਓ, ਇਹ ਉਂਗਲ ਨੂੰ ਇੱਥੇ ਫੜੋ ਤੇ ਉਂਗਲ ਨੂੰ ਅੰਗੂਠੇ ਨੂੰ ਇੱਥੇ ਕਰੋ ਤੇ ਚੌਂਕੜੀ ਇੱਦਾਂ ਮਾਰੋ ਤੇ ਅੱਖਾਂ ਬੰਦ ਕਰੋ ਤੇ ਆਪਣੇ ਅੰਦਰ ਕੋਈ ਪਹਾੜਾਂ ਬਾਰੇ ਸੋਚੋ, ਝਰਨੇ ਬਾਰੇ ਸੋਚੋ, ਤਸਵੀਰ ਬਾਰੇ ਸੋਚੋ। ਇਹ ਜਿਹੜੀ ਜੁਗਤੀਆਂ ਹੈ, ਇਹਦਾ ਸਿੱਖੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ। ਜੋ ਤੁਧ ਭਾਈ, ਜੋ ਵਾਹਿਗੁਰੂ ਨੂੰ, ਹੈ ਵਾਹਿਗੁਰੂ ਜੋ ਤੁਹਾਨੂੰ ਭਾ ਗਿਆ, ਜੇ ਉਹ ਮੈਨੂੰ ਭਾ ਗਿਆ ਤੇ ਉਹੀ ਅਸਲੀ ਗਿਆਨ ਹੈ, ਉਹੀ ਅਸਲੀ ਧਿਆਨ ਹੈ। ਸੋਈ ਜਪ, ਉਹੀ ਅਸਲੀ ਜਪ ਹੈ ਜੋ ਪ੍ਰਭੂ ਜੀ ਉਹ ਭਾਵੈ। ਜੋ ਪ੍ਰਮਾਤਮਾ ਨੂੰ ਭਾਉਂਦਾ ਹੈ ਉਹ ਮੈਨੂੰ ਜੇ ਭਾ ਜਾਏ ਤੇ ਇਹ ਅਵਸਥਾ ਬਣ ਜਾਏ ਤੇ ਸਮਝੋ ਫਿਰ ਉਹੀ ਜਪ ਹੈ। ਤੇ ਭਾਣਾ ਨਾਣੇ ਦੇ ਨਾਣੇ, ਇਹ ਭਾਣੇ ਦੇ ਨਾਣੇ ਨੂੰ ਦੁਲਾਂ ਹੈ। ਭਾਣਾ ਅਰਥਾਤ ਭਾਣੇ ਵਿੱਚ ਤੁਰਿਆ, ਵਾਹਿਗੁਰੂ ਦੀ ਰਜ਼ਾ ਵਿੱਚ ਤੁਰਿਆ, ਪੂਰ ਗਿਆਨਾ ਜੀਓ। ਪਰਮਾਤਮਾ ਦੇ ਭਾਣੇ ਵਿੱਚ ਤੁਰਨਾ ਇਹ ਪੂਰਨ, ਬਿਨਾਂ ਉਕਾਈ ਤੋਂ ਸੱਚਾ ਸੁੱਚਾ ਗਿਆਨ ਹੈ। ਫਿਰ ਅੱਗੇ ਕਹਿੰਦੇ ਗੁਰੂ ਸਾਹਿਬ, ਮਨ ਮੇਰੇ, ਮਨ ਨੂੰ ਪ੍ਰੇਰਣਾ ਹੈ, ਮਨ ਨੂੰ ਹੱਲਾਸ਼ੇਰੀ ਹੈ, ਮਨ ਨੂੰ ਮੋਟੀਵੇਸ਼ਨ ਹੈ। ਮਨ ਮੇਰੇ ਕੀ ਕਰ, ਸਤਿਗੁਰ ਕੈ ਭਾਣੇ ਚੱਲ। ਸਤਿਗੁਰੂ ਦੇ ਭਾਣੇ ਵਿੱਚ ਤੁਰ। ਪਰ ਸਤਿਗੁਰੂ ਦਾ ਭਾਣਾ ਕਿੱਦਾਂ ਪਤਾ ਲੱਗੇਗਾ? ਸਤਿਗੁਰੂ ਦਾ ਭਾਣਾ ਪਤਾ ਲੱਗੇਗਾ ਬਾਣੀ ਨੂੰ ਸੁਣ ਕੇ, ਬਾਣੀ ਨੂੰ ਪੜ੍ਹ ਕੇ, ਬਾਣੀ ਨੂੰ ਵਿਚਾਰ ਕੇ, ਬਾਣੀ ਦਾ ਮੰਥਨ ਕਰਕੇ, ਬਾਣੀ ਨੂੰ ਰਿੜਕ ਕੇ ਤੇ ਬਾਣੀ ਨੂੰ ਜੀਵਨ ਵਿੱਚ ਲਾਗੂ ਕਰਕੇ। ਤਾਂ ਅਸੀਂ ਸਤਿਗੁਰੂ ਦੇ ਭਾਣੇ ਨੂੰ ਸਮਝਾਂਗੇ। ਮਨ ਮੇਰੇ ਸਤਿਗੁਰ ਕੈ ਭਾਣੇ ਚੱਲ। ਤੇ ਫਿਰ ਇਹਦਾ ਨਤੀਜਾ ਕੀ ਨਿਕਲੇਗਾ? ਨਿਜ ਘਰ ਵਸੈ। ਫਿਰ ਤੂੰ ਨਿਜ ਘਰ ਵਿੱਚ ਵਸ ਜਾਏਗਾ। ਨਿਜ ਘਰ ਜੋ ਤੇਰਾ ਅਸਲ ਆਪਣਾ ਘਰ ਹੈ। ਆਪਣੇ ਅੰਦਰ ਅੰਤਰਾਤਮੇ ਟਿਕ ਜਾਏਗਾ। ਤੇਰੀ ਭਟਕਣਾ ਮੁੱਕ ਜਾਏਗੀ। ਤੇਰੀ ਸੁਰਤ ਵਾਹਿਗੁਰੂ ਦੇ ਚਰਨਾਂ ਵਿੱਚ ਜੁੜ ਜਾਏਗੀ ਤੇ ਅੰਮ੍ਰਿਤ ਪੀਵੇਂ। ਆਤਮਿਕ ਜੀਵਨ ਦੇਣ ਵਾਲਾ ਫਿਰ ਤੂੰ ਨਾਮ ਰਸ ਪੀਏਗਾ। ਹੁਣ ਨਾਮ ਰਸ ਦੀ ਪੀਣ ਦੀ ਗੱਲ ਵੀ ਆ ਗਈ ਹੈ। ਨਾਮ ਰਸ ਦੇ ਬਾਰੇ ਬੜੇ ਅਸੀਂ ਸ਼ਬਦਿਕ ਅਰਥ ਲੈ ਲੈਂਦੇ ਹਾਂ, ਗੁਰਬਾਣੀ ਨੂੰ ਪੂਰੀ ਤਰ੍ਹਾਂ ਵਿਚਾਰਦੇ ਨਹੀਂ ਹੈਗੇ, ਫਿਰ ਸਾਨੂੰ ਇਸ ਕਰਕੇ ਭੁਲੇਖੇ ਪੈਂਦੇ ਨੇ। ਸੋ ਸਤਿਗੁਰੂ ਦੇ ਭਾਣੇ ਵਿੱਚ ਤੁਰਨ ਦੇ ਨਾਲ ਅੰਮ੍ਰਿਤ ਪੀ ਹੋਏਗਾ। ਤਾਂ ਸੁਖ ਲਹੇ ਮਹਲ। ਮਹਲ ਦਾ ਮਤਲਬ ਟਿਕਾਣਾ। ਕਿਹੜਾ ਟਿਕਾਣਾ? ਸੁਖ ਦਾ ਟਿਕਾਣਾ। ਤੇ ਇਸ ਤਰ੍ਹਾਂ ਤੈਨੂੰ ਸਦੀਵੀ ਸੁਖ ਦਾ ਟਿਕਾਣਾ ਮਿਲ ਜਾਏਗਾ। ਅੱਗੇ ਗੁਰੂ ਸਾਹਿਬ ਕਹਿੰਦੇ, ਸਤਿਗੁਰ ਬੋਹਿਤ। ਬੋਹਿਤ ਦਾ ਅਰਥ ਹੁੰਦਾ ਜਹਾਜ਼। ਇਹ ਪਿਛਲੀ ਕਲਾਸ ਵਿੱਚ ਜਦੋਂ ਸ਼ਾਇਦ ਮੂਲ ਸ਼ਬਦ ਆਇਆ ਸੀ, ਉਦੋਂ ਵੀ ਹਰਜੀਤ ਸਿੰਘ ਨੇ ਇਹਨਾਂ ਪੰਕਤੀਆਂ ਦਾ ਹਵਾਲਾ ਦਿੱਤਾ ਸੀਗਾ। ਸਤਿਗੁਰ ਬੋਹਿਤ ਹਰ ਨਾਵ ਹੈ। ਇੱਥੇ ਨਾਵ ਦਾ ਮਤਲਬ ਹੈ ਨਾਮ। ਇਹ ਵੀ ਸੰਦਰਭ ਸਾਰੇ ਦੇਖਣੇ ਨੇ। ਨਾਵ ਦਾ ਮਤਲਬ ਕਿਸ਼ਤੀ ਵੀ ਹੁੰਦਾ, ਪਰ ਇਹ ਸੰਦਰਭ ਦੇਖਣਾ। ਇੱਥੇ ਨਾਵ ਦਾ ਮਤਲਬ ਹੈ ਨਾਮ। ਸਤਿਗੁਰ ਬੋਹਿਤ, ਬੋਹਿਤ ਦਾ ਮਤਲਬ ਜਹਾਜ਼, ਹਰ ਨਾਮ ਹੈ। ਜੋ ਸਤਿਗੁਰੂ ਹੈ ਉਹ ਹਰੀ ਨਾਮ ਦਾ, ਪਰਮਾਤਮਾ ਦੇ ਨਾਮ ਦਾ ਜਹਾਜ਼ ਹੈ। ਹੁਣ ਜਹਾਜ਼ ਤੇ ਚੜੀ ਤੇ ਮੈਂ ਜਹਾਜ਼ ਤੇ ਕੰਮ ਕੀਤਾ, ਮੈਨੂੰ ਪਤਾ ਜਹਾਜ਼ ਲਈ ਬੰਨ ਦਿੱਤਾ ਜਾਂਦਾ ਜੱਟੀ ਤੇ ਇੱਕ ਬੜੀ ਵੱਡੀ ਐਲੂਮੀਨੀਅਮ ਦੀ ਲੈਡਰ ਹੁੰਦੀ ਹੈ, ਉਹਨੂੰ ਕਹਿੰਦੇ ਗੈਂਗਵੇ। ਉਹ ਮੋਟਰ ਰਾਹੀਂ ਉਹਨੂੰ ਥੱਲੇ ਲਾਇਆ ਜਾਂਦਾ ਤੇ ਉਹ ਗੈਂਗਵੇ ਰਾਹੀਂ ਚੜਿਆ ਜਾਂਦਾ। ਤੇ ਜੇ ਕੋਈ ਪੁੱਛੇ ਭਾਜੀ ਜਹਾਜ਼ ਤੇ ਕਿੱਦਾਂ ਚੜੀਦਾ, ਤੇ ਅਸੀਂ ਕਹਿੰਦੇ ਵੀ ਇੱਕ ਬੜੀ ਵੱਡੀ ਸਟੈਪ ਲੈਡਰ ਹੁੰਦੀ ਹੈ, ਐਲੂਮੀਨੀਅਮ ਦੀ ਬਣੀ ਹੁੰਦੀ ਹੈ। ਉਹ ਮੋਟਰ ਰਾਹੀਂ ਅਸੀਂ ਥੱਲੇ ਉਹਨੂੰ ਲਾਉਂਦੇ ਹਾਂ, ਪੁਲੀਆਂ ਬਣੀਆਂ ਹੁੰਦੀਆਂ ਤੇ ਬੰਦੇ ਉੱਤੇ ਚੜ੍ਹ ਕੇ ਆ ਜਾਂਦੇ ਨੇ। ਇਹ ਜਹਾਜ਼ ਤੇ ਚੜ੍ਹਨ ਦਾ ਤਰੀਕਾ ਹੈ। ਤੇ ਬੰਦਾ ਪੁੱਛੇ ਵੀ ਸਤਿਗੁਰੂ ਬੋਹਿਤ ਹਰ ਨਾਮ ਹੈ, ਸਤਿਗੁਰੂ ਜੇ ਨਾਮ ਦਾ ਜਹਾਜ਼ ਹੈ ਤੇ ਉਸ ਜਹਾਜ਼ ਤੇ ਚੜਿਆ ਕਿੱਦਾਂ ਜਾਂਦਾ ਹੈ? ਕਹਿੰਦੇ ਕਿਤ ਵਿਦ ਚੜਿਆ ਜਾਏ। ਕਿਸ ਵਿਧੀ ਦੇ ਨਾਲ, ਕਿਸ ਜੁਗਤੀ ਦੇ ਨਾਲ ਉੱਤੇ ਚੜਿਆ ਜਾਂਦਾ ਹੈ? ਅੱਗੇ ਗੁਰੂ ਸਾਹਿਬ ਜਵਾਬ ਦਿੰਦੇ ਨੇ, ਕਹਿੰਦੇ ਸਤਿਗੁਰੂ ਕੈ ਭਾਣੈ ਜੋ ਚੱਲੈ। ਜੋ ਸਤਿਗੁਰੂ ਦੇ ਭਾਣੇ ਵਿੱਚ ਤੁਰਦਾ ਹੈ, ਜੋ ਸਤਿਗੁਰੂ ਦੇ ਕਹੇ ਨੂੰ ਸਿਰ ਮੱਥੇ ਮੰਨਦਾ ਹੈ, ਜੋ ਕਹਿੰਦਾ ਹੈ ਕਿ ਗੁਰੂ ਸਾਹਿਬ ਮੈਂ ਤੇ ਮੂਰਖ ਹੈਗਾ, ਮੈਂ ਅਣਜਾਣ ਹੈ, ਤੁਸੀਂ ਸਿਆਣੇ ਹੋ, ਤੁਸੀਂ ਮੈਨੂੰ ਸਮਝ ਦੇਵੋ, ਤੁਸੀਂ ਮੈਨੂੰ ਸੋਝੀ ਦੇਵੋ। ਸੋ ਸਤਿਗੁਰ ਕੈ ਭਾਣੈ ਜੋ ਚੱਲੈ, ਵਿੱਚ ਬੋਹਿਤ ਬੈਠਾ ਆਏ। ਇਹ ਵੇ ਸਤਿਗੁਰੂ ਰੂਪੀ ਜਹਾਜ਼ ਵਿੱਚ ਬੈਠਣ ਦਾ ਤਰੀਕਾ। ਅਰਥਾਤ ਜਿਹੜਾ ਮਨੁੱਖ ਸਤਿਗੁਰੂ ਦੇ ਭਾਣੇ ਵਿੱਚ ਤੁਰਦਾ ਹੈ ਉਹ ਸਮਝ ਲਓ ਕਿ ਜਹਾਜ਼ ਦੇ ਵਿੱਚ ਬੈਠ ਗਿਆ। ਕਹਿੰਦੇ ਧੰਨ ਧੰਨ ਵੱਡ ਭਾਗੀ ਨਾਨਕਾ। ਇਹ ਨਾਨਕ ਉਹ ਮਨੁੱਖ ਬੜੇ ਧੰਨਤਾ ਦੇ ਯੋਗ ਨੇ, ਬੜੇ ਵੱਡੇ ਭਾਗਾਂ ਵਾਲੇ ਨੇ, ਜਿਨ੍ਹਾਂ ਸਤਿਗੁਰੂ ਲੈ ਮਿਲਾਏ, ਜਿਨ੍ਹਾਂ ਨੂੰ ਸਤਿਗੁਰੂ ਜਹਾਜ਼ ਤੇ ਬਿਠਾ ਕੇ ਪ੍ਰਭੂ ਚਰਨਾਂ ਦੇ ਵਿੱਚ ਜੋੜ ਦਿੰਦਾ ਹੈ, ਉਹਦੇ ਨਾਲ ਮਿਲਾਪ ਕਰਾ ਦਿੰਦਾ ਹੈ। ਅੱਗੇ ਦੇਖੋ, ਸਾਡਾ ਤੇ ਗੁਰੂ ਸਾਹਿਬ ਨੇ ਰਾਹ ਹਰ ਚੀਜ਼ ਸਪਸ਼ਟ ਹੈ, ਕਿਤੇ ਕੋਈ ਤੁਹਾਨੂੰ ਅੰਦਾਜ਼ੇ ਲਗਾਉਣ ਦੀ ਲੋੜ ਨਹੀਂ। ਮੈਂ ਤੇ ਕਹਿੰਦਾ, ਅਸੀਂ ਕਈ ਵਾਰ ਕਹਿੰਦੇ ਨਾ ਵੀ ਉਹ ਮੌਲਵੀਆਂ ਦੀ ਟ੍ਰੇਨਿੰਗ 12 ਸਾਲ ਦੀ ਹੁੰਦੀ ਹੈ, ਪਾਦਰੀਆਂ ਦੀ ਟ੍ਰੇਨਿੰਗ ਇੰਨੇ ਸਾਲ ਦੀ ਹੁੰਦੀ ਹੈ, ਕਿਉਂਕਿ ਉਹਨਾਂ 'ਚ ਗੁੰਝਲਾਂ ਬੜੀਆਂ ਨੇ। ਉਹ ਟ੍ਰੇਨਿੰਗ ਉਹਨਾਂ ਨੂੰ ਦੇਣੀ ਪੈਂਦੀ ਹੈ ਕਿ ਜੇ ਕਿਸੇ ਨੇ ਇੱਦਾਂ ਪੁੱਛ ਲਿਆ ਤੇ ਤੁਸੀਂ ਇੱਦਾਂ ਜਵਾਬ ਦੇਣਾ, ਇੱਦਾਂ ਪੁੱਛਿਆ ਤੇ ਇੱਦਾਂ ਜਵਾਬ ਦੇਣਾ। ਇਹ ਤੇ ਗੁਰੂ ਗ੍ਰੰਥ ਸਾਹਿਬ ਇੰਨੀ ਸਿੱਧੀ ਸਪਸ਼ਟ ਔਰ ਮਤਲਬ ਕਿ ਇੰਨੀ ਸਾਦੀ ਜੀਵਨ ਸ਼ੈਲੀ ਹੈ। ਸਾਡੇ ਜ਼ਿਆਦਾਤਰ ਜਿਹੜੇ ਪ੍ਰਚਾਰਕ ਨੇ ਉਹ ਆਪ ਬਾਣੀ ਪੜ੍ਹ ਕੇ ਪ੍ਰਚਾਰਕ ਬਣ ਜਾਂਦੇ ਨੇ, ਕਈ ਬੜੇ ਦੇਖੇ ਨੇ।
ਆਪਣੀ ਮਤਲਬ ਆਪਣਾ ਕੋਈ ਇੰਟਰਸਟ ਲੈ ਕੇ ਪੜ੍ਹਦਾ ਹੈ ਤੇ ਸਾਰੀ ਗੱਲਾਂ ਸਮਝ ਆ ਜਾਂਦੀਆਂ, ਕਿਤੇ ਕੋਈ ਭੁਲੇਖੇ ਨਹੀਂ ਹੈਗੇ। ਸਤਿਗੁਰ ਕੇ ਭਾਣੇ ਜੋ ਚੱਲੈ ਹਰ ਸੇਤੀ ਰਲਿਆ, ਵੀ ਰੱਬ ਨੂੰ ਮਿਲਣ ਦਾ ਕੀ ਤਰੀਕਾ ਹੈ? ਸਤਿਗੁਰ ਕੇ ਭਾਣੇ ਜੋ ਚੱਲੇ, ਜੋ ਸਤਿਗੁਰੂ ਦੇ ਭਾਣੇ ਵਿੱਚ ਤੁਰਦਾ ਹੈ, ਹਰ ਸੇਤੀ ਰਲਿਆ, ਸੇਤੀ ਦਾ ਮਤਲਬ ਨਾਲ, ਉਹ ਹਰੀ ਦੇ ਨਾਲ ਰਲ ਜਾਂਦਾ ਹੈ। ਜਿਵੇਂ ਪਾਣੀ ਨਾਲ ਪਾਣੀ ਰਲਦਾ, ਧਾਤੂ ਨਾਲ ਧਾਤੂ ਰਲਦੀ ਹੈ, ਜੋਤ ਨਾਲ ਜੋਤ ਰਲਦੀ ਹੈ, ਇਸੀ ਤਰ੍ਹਾਂ ਜਿਹੜਾ ਮਨੁੱਖ ਸਤਿਗੁਰੂ ਦੇ ਭਾਣੇ ਵਿੱਚ ਤੁਰਦਾ ਹੈ, ਇਹ ਭਾਈ ਹਰ ਸੇਤੀ ਰਲਿਆ, ਉਹ ਹਰੀ ਦੇ ਨਾਲ ਰਲ ਜਾਂਦਾ ਹੈ, ਹਰੀ ਦੇ ਨਾਲ ਇਕਮਿਕ ਹੋ ਜਾਂਦਾ ਹੈ। ਸ਼ਲੋਕ ਮਹਿਲਾ ਤੀਜਾ, ਕਹਿੰਦਾ ਸੱਚਾ ਨਾਮ ਧਿਆਏ ਤੂੰ, ਸਭੋ ਵਰਤੈ ਸੱਚ। ਇਹ ਮੇਰੇ ਮਨ, ਤੂੰ ਸਦਾ ਥਿਰ ਪਰਮਾਤਮਾ ਦਾ ਨਾਮ ਧਿਆ, ਸਭੋ ਵਰਤੇ ਸੱਚ, ਹਰ ਜਗ੍ਹਾ ਹਰ ਪਾਸੇ ਉਹ ਸਦਾ ਥਿਰ ਪਰਮਾਤਮਾ ਹੀ ਵਰਤ ਰਿਹਾ ਹੈ, ਉਹੀ ਵਿਆਪਕ ਹੈ। ਨਾਨਕ ਹੁਕਮੇ ਜੋ ਬੁਝੈ ਸੋ ਫਲ ਪਾਏ ਸੱਚ। ਇਹ ਨਾਨਕ ਜੋ ਹੁਕਮ ਨੂੰ ਬੁਝ ਲੈਂਦਾ ਹੈ, ਉਹ ਸਦਾ ਥਿਰ ਪਰਮਾਤਮਾ ਦੇ ਮਿਲਾਪ ਰੂਪੀ ਫਲ ਨੂੰ ਪ੍ਰਾਪਤ ਕਰ ਲੈਂਦਾ ਹੈ। ਤੇ ਇਹਦੇ ਉਲਟ ਕਥਨੀ ਬਤਨੀ ਕਰਤਾ ਫਿਰਦੇ, ਜਿਹੜਾ ਨਿਰੀਆਂ ਗੱਲਾਂ ਹੀ ਕਰਦਾ, ਕਥਨੀ ਬਤਨੀ ਦਾ ਮਤਲਬ ਹੈ ਸਿਰਫ ਗੱਲੀ ਬਾਤੀ ਸਾਰਦਾ, ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ। ਗੱਲੀ ਬਾਤੀ ਜਿਹੜਾ ਸਾਰਦਾ, ਹੁਕਮ ਨੂੰ ਬੁਝੈ ਸੱਚ, ਤੇ ਸਦਾ ਥਿਰ ਪਰਮਾਤਮਾ ਦੇ ਹੁਕਮ ਨੂੰ ਬੁੱਝਣ ਵਾਲੇ ਪਾਸੇ ਨਹੀਂ ਤੁਰਦਾ। ਫਿਰ ਕਹਿੰਦੇ ਨਾਨਕ ਹਰਿ ਕਾ ਭਾਣਾ ਮੰਨੇ ਸੋ ਭਗਤ ਹੋਏ। ਹੁਣ ਭਗਤ ਦੀ ਪਰਿਭਾਸ਼ਾ ਵੀ ਸਾਨੂੰ ਮਿਲ ਗਈ। ਇਹ ਭਗਤ ਉਹ ਨਹੀਂ ਜਿਹੜਾ ਕੋਈ ਸਮਾਧੀ ਲਾ ਕੇ ਬੈਠਾ ਹੈ, ਅੱਖਾਂ ਮੀਟ ਕੇ ਬੈਠਾ ਜੀ, ਇੰਨੇ ਘੰਟੇ ਚੌਂਕੜੀ ਲਾ ਕੇ ਬੈਠ ਲੈਂਦਾ, ਇਹਨੇ ਜੀ ਰੋਟੀ ਨਹੀਂ ਖਾਧੀ, ਇਹਨੇ ਫਲਾਣੇ ਨੇ ਮਾਲਾ ਪਾਈ ਹੋਈ ਹੈ, ਇਹਨੇ ਰੁਦਰਾਕਸ਼ ਦੀ ਮਾਲਾ ਪਾਈ ਹੋਈ ਹੈ, ਇਹ ਤੇ ਦੇਖੋ ਜੀ ਹਫ਼ਤੇ ਤੋਂ ਇੱਦਾਂ ਹੈਗਾ। ਨਾ ਨਾ, ਇਹਨਾਂ ਦੀ ਪਰਿਵਾਰ ਛੱਡਿਆ ਹੋਇਆ, ਉਹ ਭਗਤ। ਸਾਡੀ ਜਿਹੜੀਆਂ ਪਰਿਭਾਸ਼ਾਵਾਂ ਨੇ ਬਿਲਕੁਲ ਵੱਖਰੀਆਂ ਨੇ। ਆਲੇ ਦੁਆਲੇ ਤੋਂ ਅਸੀਂ ਡਾਊਟ ਵਿੱਚ ਕਿਉਂ ਪੈਂਦੇ ਹਾਂ, ਭੁਲੇਖਿਆਂ ਵਿੱਚ ਕਿਉਂ ਪੈਂਦੇ ਹਾਂ? ਕਿਉਂਕਿ ਆਲਾ ਦੁਆਲਾ ਤੇ ਸਾਡੇ ਕੰਨਾਂ 'ਚ ਪੈ ਰਿਹਾ, ਅੱਖਾਂ 'ਚ ਵੀ ਦੇਖ, ਜੋ ਟੀਵੀ 'ਚ ਦੇਖਦੇ ਹਾਂ, ਜੋ ਸੁਣਦੇ ਹਾਂ, ਜੋ ਇੱਧਰ ਉੱਧਰ ਦੇਖਦੇ ਹਾਂ, ਤੇ ਉਹੀ ਪ੍ਰਭਾਵ, ਉਹੀ ਸੰਦਰਭ, ਉਹੀ ਪਰਿਭਾਸ਼ਾਵਾਂ ਸਾਡੇ ਹਿਰਦੇ 'ਚ ਵਸ ਜਾਂਦੀਆਂ ਨੇ। ਤੇ ਬਾਣੀ ਅਸੀਂ ਪੜ੍ਹਦੇ ਨਹੀਂ ਹੈ ਕਿ ਜਿਹੜੇ ਬਾਣੀ ਪੜ੍ਹੀਏ ਤੇ ਸਾਨੂੰ ਗੁਰੂ ਸਾਹਿਬ ਦਾ ਜੋ ਵਿਊ ਪੁਆਇੰਟ ਹੈ, ਉਹਨਾਂ ਦਾ ਨਜ਼ਰੀਆ ਹੈ, ਉਹ ਪਤਾ ਲੱਗੇਗਾ। ਸੋਚਦਾ ਬਾਣੀ ਪੜ੍ਹ ਕੇ ਪਤਾ ਲੱਗਦਾ। ਨਾਨਕ ਹਰਿ ਕਾ ਭਾਣਾ ਮੰਨੇ, ਗੁਰਸਿੱਖ ਦਾ ਕੋਟ ਕਰਨਗੇ ਤਾਂ ਹੀ ਤਾਂ ਗੱਲ ਬਣੇਗੀ। ਕਿਤੇ ਨਾ ਕਿਤੇ ਕਿਤੇ ਵਿਚਾਰ ਚਰਚਾ ਹੋਏਗੀ ਵੀ ਭਗਤੀ ਕੌਣ ਹੈ, ਭਗਤੀ ਕੀ ਹੁੰਦੀ ਹੈ, ਭਗਤ ਕੌਣ ਹੁੰਦਾ ਹੈ। ਇਹ ਨਾਨਕ ਹਰੀ ਦਾ ਭਾਣਾ ਮੰਨਦਾ ਜੋ, ਸੋ ਭਗਤ ਹੋਏ, ਉਹ ਭਗਤ ਹੈ। ਵਿਣ ਮੰਨੇ ਕੱਚ ਨਹੀਂ ਕੱਚ, ਤੇ ਜੇ ਨਹੀਂ ਮੰਨਦਾ ਤੇ ਉਹ ਕੱਚਿਆਂ ਚੋਂ ਕੱਚਾ ਹੈ। ਉਹਦੇ ਸਿਦਕ ਵਿੱਚ ਤਰੇੜਾਂ ਨੇ, ਉਹਦੇ ਭਰੋਸੇ ਵਿੱਚ ਚਿੱਬ ਪਏ ਹੋਏ ਨੇ, ਉਹਦੇ ਵਿਸ਼ਵਾਸ ਵਿੱਚ ਝਰੀਟਾਂ ਪਈਆਂ ਹੋਈਆਂ ਨੇ। ਉਹ ਫਿਰ ਉਹਦਾ ਜਿਹੜਾ ਵਿਸ਼ਵਾਸ ਹੈ ਉਹ ਪੱਕਾ ਨਹੀਂ, ਅਡੋਲ ਨਹੀਂ, ਜੇ ਉਹਨੇ ਭਾਣਾ ਨਹੀਂ ਮੰਨਿਆ ਹੋਇਆ। ਸ਼ਲੋਕ ਮਹਿਲਾ ਤੀਜਾ, ਜਿਚਰ ਇਹ ਮਨ ਲਹਿਰੀ ਵਿੱਚ ਹੈ। ਇਹ ਭਾਈ ਜਦੋਂ ਤਾਈਂ ਇਹ ਮਨ ਮਾਇਆ ਦੀਆਂ ਲਹਿਰਾਂ ਦੇ ਪ੍ਰਭਾਵ ਵਿੱਚ ਹੈ, ਮਾਇਆ ਦੀਆਂ ਲਹਿਰਾਂ ਵਿੱਚ ਡਿੱਗੇ ਡੋਲੇ ਖਾ ਰਿਹਾ ਹੈ। ਜਿੱਦਾਂ ਨਾ ਗੁਰੂ ਸਾਹਿਬ ਦੇ ਇੱਕ ਸ਼ਬਦ ਵਿੱਚ ਕਹਿੰਦੇ ਨੇ, ਆਖਣ ਸੁਣਨਾ ਪਾਉਣ ਕੀ ਬਾਣੀ, ਇਹ ਮਨ ਰੱਤਾ ਮਾਇਆ। ਜਦੋਂ ਤੱਕ ਇਹ ਮਨ ਜਿਹੜਾ ਹੈ ਮਾਇਆ ਦੇ ਰੰਗ ਵਿੱਚ ਰੰਗਿਆ ਰਹਿੰਦਾ ਹੈ, ਤੇ ਆਖਣ ਸੁਣਨਾ ਪਾਉਣ ਕੀ ਬਾਣੀ, ਮਤਲਬ ਕਿ ਫਿਰ ਉਹ ਅੱਖਰ ਨਹੀਂ ਸੁਣ ਰਿਹਾ, ਉਹ ਸ਼ਬਦ ਨਹੀਂ ਸੁਣ ਰਿਹਾ, ਨਾ ਬੋਲ ਰਿਹਾ, ਉਹ ਪਵਨ ਹੈ। ਪਵਨ ਦੇ ਮਤਲਬ ਕਿ ਜਿੱਦਾਂ ਹੁਣ ਅਸੀਂ ਜੋ ਬੋਲਦੇ ਹਾਂ ਉਹ ਕੀ ਹੈ, ਹਵਾ ਹੀ ਹੈ ਨਾ। ਤੇ ਪਰ ਹਵਾ ਦੇ ਵਿੱਚ ਜੋ ਅਸੀਂ ਬੋਲਦੇ ਹਾਂ, ਸ਼ਬਦਾਂ ਵਿੱਚ ਗਿਆਨ ਹੈ, ਵਿਚਾਰ ਹੈ, ਸੂਝ-ਬੂਝ ਹੈ। ਪਰ ਜੇ ਉਹ ਮਨ ਦੇ ਵਿੱਚ ਜਿਹੜੀ ਸੁਰਤ ਜਿਹੜੀ ਹੈਗੀ ਹੈ ਮਾਇਆ ਵਿੱਚ ਹੈ, ਤੇ ਫਿਰ ਜੋ ਗਾਇਆ ਹੈ, ਜੋ ਪੜ੍ਹਿਆ ਹੈ, ਜੋ ਸੁਣਿਆ ਹੈ, ਉਹ ਕੀ ਆਖਣ ਸੁਣਨਾ ਪਾਉਣ ਕੀ ਬਾਣੀ, ਇਹ ਮਨ ਰੱਤਾ ਮਾਇਆ। ਸੋ ਇਹ ਗੱਲ ਬੜੀ ਜ਼ਰੂਰੀ ਹੈ ਵੀ ਇਹ ਦੋ ਬੇੜੀਆਂ 'ਚ ਨਹੀਂ ਪੈਰ ਰੱਖ ਸਕਦੇ। ਵੀ ਅਸੀਂ ਕਹੀਏ ਜੀ ਮੈਂ ਦੁਕਾਨ ਤੇ ਬੈਠਾ, ਤੇ ਦੇਖੋ ਜੀ ਬਿਜ਼ਨਸ ਦੇ ਅਸੂਲ ਤੇ ਹੈਗੇ ਨੇ ਵੀ ਠੱਗੀ ਵੀ ਕਰਨੀ ਹੈ, ਝੂਠ ਵੀ ਬੋਲਣਾ ਹੈ, ਇੱਦਾਂ ਵੀ ਗੜਬੜ, ਇੱਦਾਂ ਵੀ ਬਿਜ਼ਨਸ ਦਾ ਤੇ ਸਾਡਾ ਜੀ ਇੱਦਾਂ ਹੀ ਚੱਲਦਾ, ਸਾਡਾ ਵਪਾਰ ਮੰਡਲ ਤੇ ਇੱਦਾਂ ਹੀ ਚੱਲਦਾ। ਤੇ ਜਿਹੜੇ ਗੁਰਦੁਆਰੇ ਆ ਗਏ ਤੇ ਹੋਰ ਰੂਪ ਹੈਗਾ ਨਾ, ਇੱਦਾਂ ਦਾ ਕੋਈ ਇੱਦਾਂ ਦਾ ਸਿਸਟਮ ਨਹੀਂ ਹੈਗਾ ਵੀ ਗੁਰਦੁਆਰੇ ਦੇ ਵੀ ਧਰਮ ਦੇ ਅਸੂਲ ਹੋਰ ਹੈਗੇ ਨੇ, ਤੇ ਵਪਾਰ ਦੇ, ਨੌਕਰੀ ਦੇ ਜਾਂ ਹੋਰ ਵਰਤੋਂ ਵਿਹਾਰ ਦੇ ਸਮਾਜ ਦੇ ਵਿੱਚ ਅਸੂਲ ਹੋਰ ਹੈਗੇ ਨੇ। ਇਹ ਗੱਲ ਦਾ ਭੁਲੇਖਾ ਸਾਨੂੰ ਦੂਰ ਕਰ ਲੈਣਾ ਚਾਹੀਦਾ ਹੈ। ਜੋ ਸਾਡਾ ਗੁਰੂ ਸਾਹਿਬ ਨੇ ਤੁਹਾਨੂੰ ਧਰਮ ਦਾ ਰਾਹ ਦੱਸਿਆ, ਉਹ ਕੋਈ ਕਿਰਿਆ ਨਹੀਂ ਹੈਗੀ ਕਿ ਜਿਹਦਾ ਹਵਨ ਕੀਤਾ ਜਾਂਦਾ ਹੈ ਜਾਂ ਕੋਈ ਵਰਤ ਰੱਖਿਆ ਜਾਂਦਾ ਹੈ। ਨਹੀਂ, ਇਹ ਇੱਕ ਜੀਵਨ ਜਾਚ ਹੈ, ਇਹ ਜੀਵਨ ਨੂੰ ਬਦਲਣ ਦੀ ਗੱਲ ਹੈਗੀ ਇਹਦੇ ਵਿੱਚ। ਸੋ ਜਿਚਰ ਇਹ ਮਨ ਲਹਿਰੀ ਵਿੱਚ ਹੈ, ਹਉਮੈ ਬਹੁਤ ਅਹੰਕਾਰ, ਉਦੋਂ ਤਾਈਂ ਮਨੁੱਖ ਦੇ ਅੰਦਰ ਹਉਮੈ ਅਤੇ ਅਹੰਕਾਰ ਬੜੇ ਪ੍ਰਬਲ ਰੂਪ ਵਿੱਚ ਕਾਇਮ ਰਹਿੰਦਾ ਹੈ, ਆਪਣਾ ਜ਼ੋਰ ਪਾ ਕੇ ਰੱਖਦਾ ਹੈ। ਕਹਿੰਦੇ ਸ਼ਬਦ ਹੈ ਸਾਧਨਾ ਆਵਈ, ਹੁਣ ਸਾਰੇ ਇਹ ਸਿੰਪਟਮਸ ਹੈਗੇ ਨੇ, ਉਹਦੇ ਲੱਛਣ ਹੈਗੇ ਨੇ, ਪਤਾ ਲੱਗ ਜਾਂਦਾ। ਸ਼ਬਦ ਹੈ ਸਾਧਨਾ ਆਵਈ, ਫਿਰ ਉਹਨੂੰ
ਗੁਰੂ ਦੇ ਸ਼ਬਦ ਦੇ ਵਿੱਚ ਸਵਾਦ ਨਹੀਂ ਆਉਂਦਾ, ਰਸ ਨਹੀਂ ਆਉਂਦਾ। ਨਾਮ ਨਾਲ ਲੱਗਿਆ ਪਿਆਰ ਤੇ ਨਾਮ ਦੇ ਵਿੱਚ ਪਿਆਰ ਹੀ ਨਹੀਂ ਪੈਂਦਾ ਉਹਨੂੰ, ਉਹਨੂੰ ਵਾਸੀਆਂ ਆਉਣ ਲੱਗ ਜਾਂਦੀ, ਉਹਦੀ ਰੁਚੀ ਨਹੀਂ ਲੱਗਦੀ। ਸੇਵਾ ਥਾਂ ਨਾ ਪਵਈ, ਤੇ ਵੇ ਉਹ ਬਸ ਉਹ ਬੁਝੇ ਮਨ ਨਾਲ ਜਿਹੜੀ ਹੱਥੀ ਪੈਰਾਂ ਨਾਲ ਸੇਵਾ ਵੀ ਕਰਦਾ ਨਾ, ਉਹ ਕਹਿੰਦੇ ਥਾਂ ਹੀ ਨਹੀਂ ਪੈਂਦੀ, ਉਹ ਕਬੂਲ ਨਹੀਂ ਹੁੰਦੀ, ਸਿਰੇ ਨਹੀਂ ਚੜਦੀ। ਸੇਵਾ ਥਾਂ ਨਾ ਪਵਈ ਤਿਸਕੀ, ਉਸਦੀ ਖੱਪ ਖੱਪ ਹੋਏ ਖੁਆਰ, ਤੇ ਖੱਪਦਾ, ਖਿੱਚਦਾ, ਫਰਸਟ੍ਰੇਟ ਹੁੰਦਾ ਤੇ ਖੁਆਰ ਹੁੰਦਾ, ਦੁਖੀ ਹੁੰਦਾ। ਨਾਨਕ ਸੇਵਕ ਸੋਈ ਆਖੀ ਹੈ। ਹੁਣ ਸੇਵਕ ਦੀ ਪਰਿਭਾਸ਼ਾ ਵੀ ਆ ਗਈ। हे ਨਾਨਕ, ਸੇਵਕ ਉਸੀ ਨੂੰ ਆਖਣਾ ਚਾਹੀਦਾ ਹੈ ਜੋ ਸਿਰ ਧਰੇ ਉਤਾਰ, ਜੋ ਸਿਰ ਉਤਾਰ ਕੇ ਧਰ ਦੇਵੇ। ਇੱਥੇ ਸਿਰ ਉਤਾਰ ਕੇ ਧਰਨ ਦਾ ਕੀ ਮਤਲਬ ਹੈ? ਆਪਣੀ ਮੱਤ ਨੂੰ ਗੁਰੂ ਦੇ ਚਰਨਾਂ ਵਿੱਚ ਤਿਆਗ ਦੇਵੇ ਕਿ ਗੁਰੂ ਸਾਹਿਬ, ਮੈਂ ਤੇ ਢੀਠ ਹਾਂ, ਮੂਰਖ ਹਾਂ, ਅਣਜਾਣ ਹਾਂ, ਮੋਟੀ ਚਮੜੀ ਹੈ ਮੇਰੀ, ਕੁਚਲ ਕਠੋਰ ਕਪਟ ਕਾਮੀ, ਜਿਉ ਤਾਰੋ ਜਿਉ ਜਾਣੋ ਤਿਉ ਤਾਰ ਸੁਆਮੀ। ਇਹ ਭਾਵਨਾ ਦੇ ਨਾਲ ਕਰੋ ਅਨੁਗ੍ਰਹਿ ਸੁਆਮੀ ਮੇਰੇ, ਗਣੋ ਨਾ ਮੋਹੇ ਕਮਾਇਓ, ਗੋਬਿੰਦ ਦਿਆਲ ਗੋਪਾਲ ਸੁਖ ਸਾਗਰ, ਨਾਨਕ ਹਰ ਸਰਨਾਇਓ। ਮੈਂ ਤੇ ਤੁਹਾਡੀ ਸ਼ਰਨ ਵਿੱਚ ਆਇਆ, ਮੇਰਾ ਗੁਰ ਕੈ ਚਰਨ ਉੱਪਰ ਮੇਰੇ ਮੱਥ ਹੈ, ਤਾਂ ਤੇ ਦੁੱਖ ਮੇਰੇ ਸਗਲੇ ਲਾਥੇ। ਇਸ ਭਾਵਨਾ ਦੇ ਨਾਲ ਕਿ ਮੈਂ ਤੇ ਗੁਰੂ ਦਾ ਬਿਰਧ ਹੈ ਬਸ। ਹਮਰੋ ਸੁਆਓ ਸਦਾ ਸਦ ਭੂਲਣ, ਤੁਮਰੋ ਬਿਰਧ ਪਤਿਤ ਉਧਰਣ। ਤੁਸੀਂ ਪਤਿਤਾਂ ਨੂੰ ਉਧਾਰਨ ਵਾਲੇ ਹੋ, ਬਸ ਮੇਰਾ ਤੇ ਇਹੀ ਆਸਰਾ ਹੈ। ਬਾਕੀ ਮੇਰੇ ਕੋਲ ਕੋਈ ਚਤੁਰਾਈ, ਕੋਈ ਸਿਆਣਪ, ਕੋਈ ਰੰਗ ਰੂਪ, ਕੋਈ ਉੱਚੀ ਜਾਤ, ਮੇਰੇ ਕੋਲ ਕੁਝ ਵੀ ਨਹੀਂ ਹੈ। मेरे को कुछ भी नहीं है। नानक सेवक सोई आखी है जो सिर धरे उतार, सतगुरु का भाणा मन ले, शब्द रखे उरधार। तो सेवक की हुंदा है, वो सतगुरु दे भाणे नूं मन लेंदा है ते शब्द रखे उरधार। उरदा अर्थ है हिरदे विच धार के, टिका के, ते गुरु दे शब्द नूं, गुरु दे उपदेश नूं अपने कंठ विच, हिरदे विच हमेशा परो के रखदा है। सोग हरख में आवण जाना, क्या वधिया गुरु साहब ने मनोविज्ञान सानू बख्शिया। मैं तो मनना भी ਜਿਹੜਾ ਬੰਦਾ ਬਾਣੀ ਪੜਦਾ ਹੈ, ਵਿਚਾਰਦਾ ਹੈ, ਉਹ ਡਿਪਰੈਸ਼ਨ ਉਹਦੇ ਨੇੜੇ ਨੇੜੇ ਨਹੀਂ ਆ ਸਕਦਾ, ਉਹ ਕਦੀ ਬੰਦਾ ਸੁਸਾਈਡਲ ਟੈਂਡੈਂਸੀਜ਼ ਦਾ ਸ਼ਿਕਾਰ ਨਹੀਂ ਹੋ ਸਕਦਾ। ਇਹ ਮੇਰਾ ਮੰਨਣਾ ਹੈ। ਸੋਗ ਹਰਖ ਮੈਂ ਆਵਣ ਜਾਣਾ, ਇਹਦਾ ਮਤਲਬ ਕੀ ਹੈ? ਸੋਗ ਅਰਥਾਤ ਹਰਖ, ਸੋਗ ਮੈਨੇ ਦੁੱਖ, ਵਿਪਦਾ, ਹਰਖ ਮੈਨੇ ਖੁਸ਼ੀ। ਜਿਹੜਾ ਮਨੁੱਖ ਦੁੱਖ ਵਿੱਚ ਦੁਖੀ ਹੁੰਦਾ ਹੈ, ਹਰਖ ਤੇ ਖੁਸ਼ ਵਿੱਚ ਬਹੁਤ ਜ਼ਿਆਦਾ ਐਕਸਾਈਟ ਹੁੰਦਾ ਹੈ, ਕਹਿੰਦੇ ਫਿਰ ਉਹ ਇਹ ਗ੍ਰਾਫ ਹੀ ਹੈ। ਜਿੱਦਾਂ ਅਸੀਂ ਮੈਥ ਵਿੱਚ ਪੜ੍ਹਦੇ ਹਾਂ ਨਾ, ਸਾਈਨ ਕਾਸ ਦੇ ਗ੍ਰਾਫ ਹੈਗੇ ਨੇ, ਉਹ ਪਹਿਲੇ ਉੱਪਰ ਜਾਂਦਾ ਕਰਵ, ਫਿਰ ਥੱਲੇ ਜਾਂਦਾ ਹੈ। ਇੱਦਾਂ ਹੀ ਮਨ ਦੀ ਬਿਰਤੀ ਹੈ। ਉਹ ਜਿਹੜੇ ਖੁਸ਼ੀ ਆਈ, ਕੋਈ ਲੋਟਰੀ ਨਿਕਲ ਗਈ, ਕੋਈ ਪ੍ਰਮੋਸ਼ਨ ਹੋ ਗਈ, ਕੋਈ ਨਵੀਂ ਕਾਰ ਲੈ ਲਈ, ਕੋਈ ਮੁਨਾਫਾ ਹੋ ਗਿਆ, ਤੇ ਉਹ ਮਨ ਦੀ ਜਿਹੜਾ ਨਾ ਕਬੂ ਜੀੜਾ ਉਬ ਚੜਤਾ ਹੈ, ਕਬੂ ਜਾਏ ਪਿਆਲਾ, ਲੋਭੀ ਜੀੜਾ ਥਿਰ ਨਾ ਰਹਤਾ ਚਾਰੇ ਕੁੰਡਾਂ ਪਾਲੇ। ਸੋ ਸੋਗ ਅਰਥਾਤ ਦੁੱਖ ਵਿੱਚ ਦੁਖੀ ਹੋ ਜਾਣਾ, ਢੇਰੀ ਢਾ ਕੇ ਬਹਿ ਜਾਣਾ। ਹਰਖ ਖੁਸ਼ੀ ਵਿੱਚ ਲਓ ਜੀ ਪਾਰਟੀ ਲਿਆਓ ਜੀ, ਆਓ ਜੀ ਆਓ, ਇਹ ਕਰੋ ਉਹ ਕਰੋ, ਢੋਲ ਢਮੱਕੇ ਹੋ ਗਏ। ਸੋ ਜਿੱਦਾਂ ਗੁਰੂ ਸਾਹਿਬ ਕਹਿੰਦੇ ਜਨਮੇ ਕੋ ਵਾਜੈ ਵਧਾਏ, ਸੋ ਲੜੇ ਅਗਿਆਨੀ ਗਾਏ। ਅਗਿਆਨੀ ਲੋਕ ਇੱਦਾਂ ਦੇ ਖੁਸ਼ੀ ਦੇ ਗੀਤ ਗਾਉਂਦੇ ਨੇ ਇਹੋ ਜਿਹੀਆਂ ਦੁਨਿਆਵੀ ਪ੍ਰਾਪਤੀਆਂ ਦੇ ਵੇਲੇ, ਤੇ ਫਿਰ ਉਹਨਾਂ ਹੀ ਡਿੱਗਦੇ ਵੀ ਨੇ ਥੱਲੇ, ਦੁਖੀ ਵੀ ਹੁੰਦੇ ਨੇ। ਕਹਿੰਦੇ ਸੋਗ ਹਰਖ ਮੈਂ ਆਵਣ ਜਾਣਾ, ਜਿਹੜਾ ਮਨੁੱਖ ਏਦਾਂ ਦੁੱਖ ਵਿੱਚ ਦੁਖੀ ਤੇ ਸੁੱਖ ਵਿੱਚ ਸੁਖੀ ਹੁੰਦਾ ਹੈ ਤੇ ਆਪੇ ਤੋਂ ਬਾਹਰ ਹੋ ਜਾਂਦਾ ਹੈ, ਕਹਿੰਦੇ ਉਹਦਾ ਫਿਰ ਆਵਣਾ ਜਾਣ ਅਰਥਾਤ ਭਟਕਣਾ ਜਿਹੜੀ ਹੈ ਨਾ, ਉਹਦੀ ਮੁੱਕਦੀ ਨਹੀਂ ਹੈਗੀ। ਪਰ ਕਹਿੰਦੇ ਤਿੰਨ ਸੁਖ ਪਾਇਆ ਜੋ ਪ੍ਰਭ ਭਾਣਾ, ਜਿਹੜੇ ਹਰ ਚੀਜ਼ ਨੂੰ ਪਰਮਾਤਮਾ ਦਾ ਭਾਣਾ ਮੰਨ ਕੇ ਚੱਲਦੇ ਨੇ, ਜਿਹੜੇ ਦੁੱਖ ਵੇਲੇ ਜੇ ਕੋਈ ਦੁੱਖ ਆਇਆ ਤੇ ਉਹ ਵਾਹਿਗੁਰੂ ਅੱਗੇ ਧੀਰਜ ਲਈ, ਸਬਰ ਲਈ, ਸੰਤੋਖ ਲਈ, ਸਿਦਕ ਦੇ ਨਾ ਡੋਲਣ ਲਈ ਅਰਦਾਸ ਕਰਦੇ ਕਿ ਇਹ ਵਾਹਿਗੁਰੂ ਜੀ ਤੁਹਾਡੀ ਖੇਡ ਹੈ। ਤੇ ਜੇ ਸੁੱਖ ਆਇਆ ਤੇ ਫਿਰ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਕਰਦੇ ਨੇ, ਇਹ ਸੱਚੇ ਪਾਤਸ਼ਾਹ ਤੇਰਾ ਕੋਟਾਨ-ਕੋਟ ਧੰਨਵਾਦ ਹੈ, ਮੈਂ ਤੇ ਡਿਜ਼ਰਵ ਹੀ ਨਹੀਂ ਕਰਦਾ ਸੀਗਾ, ਮੈਂ ਤੇ ਨਿਮਾਣਾ ਹਾਂ, ਮੈਂ ਤੇ ਅਣਜਾਣ ਹਾਂ, ਤੁਸੀਂ ਫਿਰ ਵੀ ਮੈਨੂੰ ਇੰਨਾ ਨਿਵਾਜਿਆ, ਬਖਸ਼ਿਸ਼ਾਂ ਕੀਤੀਆਂ, ਤੁਹਾਡਾ ਬਹੁਤ ਬਹੁਤ ਸ਼ੁਕਰਾਨਾ ਹੈ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇਹੋ ਜਿਹਾ ਮਨੁੱਖ ਤੇ ਕਦੀ ਦੁਖੀ ਹੋ ਹੀ ਨਹੀਂ ਸਕਦਾ। ਫਿਰ ਤਿੰਨ ਸੁੱਖ ਪਾਇਆ, ਇਹ ਤੇ ਸੁੱਖ ਦੇ ਖੱਖੇ ਨੂੰ ਔਂਕੜੇ, ਉਹ ਸਦੀਵੀ ਸੁੱਖ, ਇੱਕ ਸੁੱਖ ਆਤਮਿਕ ਸੁੱਖ ਜਿਹੜਾ ਕਦੀ ਜਾਂਦਾ ਨਹੀਂ, ਜਿਹੜਾ ਕਦੀ ਮੁੱਕਦਾ ਨਹੀਂ। ਅੱਗੇ ਗੁਰੂ ਸਾਹਿਬ ਕਹਿੰਦੇ ਨੇ ਰੂਪਵੰਤ ਸੋ ਚਤੁਰ ਸਿਆਣਾ, ਕਹਿੰਦੇ ਉਹ ਰੂਪਵੰਤ ਹੈ, ਉਹ ਮਨੁੱਖ ਬੜਾ ਸੋਹਣਾ ਹੈ, ਉਹ ਚਤੁਰ ਹੈ, ਉਹ ਸਿਆਣਾ ਵੀ ਹੈ। ਕੌਣ? ਜਿਨ ਜਨ ਮਾਨਿਆ ਪ੍ਰਭ ਕਾ ਭਾਣਾ, ਜਿਸ ਜਨ ਨੇ, ਜਿਸ ਸੇਵਕ ਨੇ ਪਰਮਾਤਮਾ ਦੇ ਭਾਣੇ ਨੂੰ ਮੰਨ ਲਿਆ, ਕਹਿੰਦੇ ਉਹ ਅਸਲੀ ਸੋਹਣਾ ਹੈ, ਉਹ ਚਤੁਰ ਹੈ, ਉਹ ਸਿਆਣਾ ਹੈ। ਹੁਣ ਦੇਖੋ ਅਸੀਂ ਦੇਖੀਏ, ਮੈਂ ਗੱਲ ਕੀ ਸੀ ਪਹਿਲੇ ਕਿ ਭਾਣਾ ਸਿਰਫ ਰੱਬ ਦਾ ਹੀ ਨਹੀਂ, ਭਾਣਾ ਆਪਣਾ ਵੀ ਹੁੰਦਾ ਹੈ। ਹਰ ਬੰਦੇ ਦਾ ਆਪਣਾ ਭਾਣਾ ਹੈ।
ਤੇ ਅਸੀਂ ਉਹ ਤੋਂ ਬਚਣਾ ਹੈ। ਹੁਣ ਗੁਰੂ ਸਾਹਿਬ ਸਮਝਾਉਂਦੇ ਨੇ, ਕਹਿੰਦੇ ਸੋ ਸੇਵਕ ਸੋ ਸਾਹਿਬ ਸੋ ਸੇਵਕ ਤੇਹਾ ਜਿਸ ਭਾਣਾ ਮਨ ਵਸਾਈ। ਕਹਿੰਦੇ ਜਿਸ ਮਨੁੱਖ ਨੇ ਸਾਹਿਬ ਦੇ ਮਾਲਕ ਦੇ ਭਾਣੇ ਨੂੰ ਆਪਣੇ ਮਨ ਵਿੱਚ ਵਸਾ ਲਿਆ, ਉਹ ਸੇਵਕ ਤੇਹਾ, ਉਹ ਉਸ ਮਾਲਿਕ ਵਰਗਾ ਹੀ ਬਣ ਜਾਂਦਾ ਹੈ, ਉਹਦਾ ਰੂਪ ਬਣ ਜਾਂਦਾ ਹੈ। ਤੇ ਜਿਵੇਂ ਪ੍ਰਮਾਤਮਾ ਸਦਾ ਮਨ ਚਾਉ ਹੈ, ਪਰਮ ਆਨੰਦ ਵਿੱਚ ਹੈ, ਉਦਮ ਹੈ, ਉਹ ਵਾਹਿਗੁਰੂ ਹਰ ਵੇਲੇ ਵਿਕਸਿਆ ਹੋਇਆ ਹੈ, ਉਹੀ ਗੁਣ ਉਹਦੇ ਵਿੱਚ ਵੀ ਆ ਜਾਂਦੇ ਨੇ। ਕਹਿੰਦੇ ਆਪਣੇ ਭਾਣੇ ਕਹੋ ਕਿਤ ਸੁਖ ਪਾਇਆ। ਹੁਣ ਆਪਣੇ ਭਾਣੇ ਦੀ ਗੱਲ ਆ ਗਈ ਨਾ, ਕਹਿੰਦੇ ਆਪਣੀ ਮਰਜ਼ੀ ਕੀਤਿਆਂ ਆਪਣੇ ਭਾਣੇ, ਜਿਹੜਾ ਆਪਣੇ ਕਹਿੰਦੇ ਨਾ ਵੀ ਮੈਂ ਤੇ ਬੜਾ ਸਿਆਣਾ, ਮੈਂ ਤੇ ਬੜਾ ਚਤੁਰ ਹਾਂ, ਮੇਰੇ ਤੇ ਅੰਦਰ ਇੰਨੇ ਬੰਦੇ ਕੰਮ ਕਰਦੇ ਨੇ, ਮੇਰਾ ਅੱਜ ਤੱਕ ਕਿਸੇ ਨੇ ਕਿਹਾ ਨਹੀਂ ਮੋੜਿਆ, ਮੇਰੇ ਅੱਗੇ ਪਿੱਛੇ ਸਾਰੇ ਫਿਰਦੇ ਨੇ, ਬੜੇ ਇੱਥੇ ਲੀਡਰ ਏਦਾਂ ਇਹਨਾਂ ਭੁਲੇਖਿਆਂ 'ਚ ਫਿਰਦੇ ਨੇ। ਕਿੰਨੇ ਬੰਦੇ ਜਿਹੜੇ ਹੈਗੇ ਨੇ, ਚਾਹੇ ਉਹ ਅਮੀਰ ਨੇ, ਕੋਈ ਸ਼ਾਹੂਕਾਰ ਨੇ, ਕੋਈ ਵੱਡੇ ਵੱਡੇ ਕੋਈ ਵਪਾਰੀ ਨੇ, ਕੋਈ ਵੱਡੇ ਲੀਡਰ ਨੇ, ਉਹਨਾਂ ਨੂੰ ਆਪਣੇ ਬਾਰੇ ਬੜੇ ਭੁਲੇਖੇ ਹੈਗੇ ਨੇ। ਕਹਿੰਦੇ ਆਪਣੇ ਭਾਣੇ ਕਹੋ ਕਿਨ ਸੁਖ ਪਾਇਆ। ਕਹਿੰਦੇ ਆਪਣੇ ਭਾਣੇ ਵਿੱਚ ਤੁਰਿਆ ਦੱਸੋ ਕਿਹਨੇ ਸੁਖ ਪ੍ਰਾਪਤ ਕੀਤਾ। ਅੱਜ ਤੱਕ ਕਿਸੇ ਨੇ ਸੁਖ ਪ੍ਰਾਪਤ ਨਹੀਂ ਕੀਤਾ। ਕਹਿੰਦੇ ਅੰਧਾ ਅੰਧ ਕਮਾਈ, ਇਹ ਤੇ ਅੰਨਿਆਂ ਵਾਲਾ ਕੰਮ ਹੈ। ਜਿਵੇਂ ਅੰਨਾ ਮਨੁੱਖ ਅੰਨਿਆਂ ਵਾਲੇ ਕੰਮ ਕਰਦਾ ਹੈ, ਉਸੇ ਤਰ੍ਹਾਂ ਆਪਣੇ ਮਨ ਪਿੱਛੇ ਤੁਰਨ ਵਾਲੀ ਗੱਲ ਹੈ। ਸੋ ਆਪਣੇ ਭਾਣੇ ਤੋਂ ਬਚਣਾ ਹੈ ਤੇ ਗੁਰੂ ਦੇ ਭਾਣੇ ਨੂੰ ਸਮਝਣਾ ਹੈ। ਤੇ ਗੁਰੂ ਸਾਹਿਬ ਅੱਗੇ ਕਹਿੰਦੇ ਨੇ ਸੋ ਸਿੱਖ ਸਖਾ ਬੰਧਪ ਹੈ ਭਾਈ। ਇਹ ਭਾਈ ਉਹ ਮਨੁੱਖ ਗੁਰੂ ਦਾ ਸਿੱਖ ਹੈ, ਸਖਾ ਗੁਰੂ ਦਾ ਮਿੱਤਰ ਹੈ, ਦੋਸਤ ਹੈ। ਜਿਹਦਾ ਸਖੀ ਮੈਨੇ ਸਹੇਲੀ, ਸਖਾ ਮੈਨੇ ਦੋਸਤ, ਪੁਲਿੰਗ ਵਿੱਚ ਆ ਗਿਆ। ਸੋ ਸਿੱਖ ਸਖਾ ਬੰਧਪ, ਬੰਧਪ ਦਾ ਮਤਲਬ ਰਿਸ਼ਤੇਦਾਰ। ਕਿੰਨੀ ਵਡਿਆਈ ਬਖਸ਼ੀ ਗੁਰੂ ਸਾਹਿਬ ਨੇ। ਕਹਿੰਦੇ ਉਹ ਮਨੁੱਖ ਗੁਰੂ ਦਾ ਸਿੱਖ ਹੈ, ਉਹ ਮਨੁੱਖ ਗੁਰੂ ਦਾ ਦੋਸਤ ਹੈ, ਉਹ ਮਨੁੱਖ ਗੁਰੂ ਦਾ ਰਿਸ਼ਤੇਦਾਰ ਹੈ। ਇਹ ਭਾਈ ਜੇ ਗੁਰ ਕੇ ਭਾਣੇ ਵਿੱਚ ਆਵੇ, ਜੋ ਗੁਰੂ ਦੇ ਭਾਣੇ ਵਿੱਚ ਆ ਜਾਂਦਾ ਹੈ, ਜਿਵੇਂ ਗੁਰੂ ਕਹਿੰਦਾ ਹੈ ਉਵੇਂ ਉਹ ਕਰਦਾ ਹੈ। ਆਪਣੇ ਭਾਣੇ ਜੋ ਚੱਲੇ ਭਾਈ, ਤੇ ਜਿਹੜਾ ਆਪਣੇ ਭਾਣੇ ਚੱਲਦਾ ਹੈ, ਆਪਣੀ ਮਰਜ਼ੀ ਕਰਦਾ ਹੈ, ਆਪਣੀ ਸਿਆਣਪਾਂ ਚਤੁਰਾਈਆਂ ਦਾ ਆਸਰਾ ਰੱਖਦਾ ਹੈ, ਕਹਿੰਦੇ ਵਿਛੜ ਚੋਟਾਂ ਖਾਏ। ਉਹ ਫਿਰ ਪ੍ਰਮਾਤਮਾ ਦੇ ਚਰਨਾਂ ਤੋਂ ਵਿਛੜ ਕੇ ਚੋਟਾਂ ਖਾਂਦਾ ਹੈ, ਮੁਸੀਬਤਾਂ ਝੱਲਦਾ ਹੈ, ਔਖਿਆਈਆਂ ਝੱਲਦਾ ਹੈ। ਹੁਣ ਅਸੀਂ ਇੱਕ ਸ਼ਬਦ ਦੀ ਵਿਚਾਰ ਕਰਾਂਗੇ ਸੰਖੇਪ ਦੇ ਵਿੱਚ, ਤੇ ਫਿਰ ਅੱਗੇ ਇੱਕ ਕਵਿਤ ਜਿਹੜਾ ਹੈ ਉਹ ਵੀ ਆਪ ਜੀ ਨਾਲ ਸਾਂਝਾ ਕਰਾਂਗੇ, ਭਾਈ ਗੁਰਦਾਸ ਜੀ ਦਾ। ਇੱਕ ਸ਼ਬਦ ਹੈ ਤੇ ਭਾਵਨ, ਇਹ ਭਾਣੇ ਨਾਲ ਹੀ ਜੁੜਦਾ ਹੈ। ਜਿੱਦਾਂ ਮੈਂ ਉਹਨੇ ਗੱਲ ਕੀਤੀ ਕਿ ਭਾਣਾ ਸਿਰਫ ਵਾਹਿਗੁਰੂ ਦਾ ਨਹੀਂ ਹੁੰਦਾ, ਹਰ ਮਨੁੱਖ ਦਾ ਆਪਣਾ ਭਾਣਾ ਹੈ। ਤੇ ਜੇ ਦੇਖਿਆ ਜਾਏ ਤੇ ਉਹ ਭਾਣਾ ਕਿਹੜਾ ਹੈ? ਉਹ ਭਾਣਾ ਹੈ ਸੁਖ ਕੋ ਮੰਗੈ ਸਭ ਕੋ, ਦੁੱਖ ਨਾ ਮੰਗੈ ਕੋਏ। ਹਰ ਮਨੁੱਖ ਇਹ ਚਾਹੁੰਦਾ ਹੈ ਕਿ ਜੋ ਕੁਝ ਹੋਵੇ ਨਾ ਮੇਰੇ ਹਿਸਾਬ ਨਾਲ ਹੀ ਹੋਵੇ। ਉਹ ਤੇ ਬੰਦਾ ਦੇ ਜੇ ਵਸ ਚੱਲੇ, ਉਹ ਕਹਿੰਦਾ ਧੁੱਪ ਵੀ ਮੇਰੇ ਹਿਸਾਬ ਨਾਲ ਨਿਕਲੇ, ਮੀਂਹ ਵੀ ਮੇਰੇ ਹਿਸਾਬ ਨਾਲ ਹੋਵੇ, ਠੰਡ ਵੀ ਮੇਰੇ ਹਿਸਾਬ ਨਾਲ ਹੀ ਹੋਵੇ, ਹਨਾ। ਤੇ ਸਾਰੇ ਲੋਕ ਜਿਹੜੇ ਪਰਿਵਾਰ ਦੇ ਨੇ ਆਸ, ਉਹ ਮੇਰੇ ਹਿਸਾਬ ਨਾਲ ਹੀ ਚੱਲਣ। ਇਹਨੂੰ ਕਹਿੰਦੇ ਨੇ ਭਾਵਨ। ਭਾਵਨ ਅਰਥਾਤ ਜੋ ਮੈਂ ਚਾਹੁੰਦਾ ਉਹ ਹੋਵੇ, ਜੋ ਮੈਂ ਨਹੀਂ ਚਾਹੁੰਦਾ ਉਹ ਨਾ ਹੋਵੇ। ਬੜੀ ਵੱਡੀ ਮੁਸੀਬਤ ਹੈ। ਇੰਨੀ ਦੁਨੀਆ, ਇੰਨੇ ਲੋਕ ਨੇ, ਇਹੀ ਖਿੱਚੋਤਾਣ ਬਣੀ ਹੋਈ ਹੈ ਸਾਰੀ। ਸੋ ਭਾਵਨ ਨੂੰ ਅਸੀਂ ਇਹ ਕਹਿ ਸਕਦੇ ਹਾਂ ਵੀ ਮੈਨੂੰ ਸੁੱਖ ਹੀ ਸੁੱਖ ਮਿਲਣ, ਮੈਨੂੰ ਜੋ ਚੰਗਾ ਲੱਗਦਾ ਉਹੀ ਹੋਈ ਜਾਵੇ, ਤੇ ਜੋ ਮੈਨੂੰ ਚੰਗਾ ਨਹੀਂ ਲੱਗਦਾ ਉਹ ਨਾ ਹੋਵੇ। ਇਹਨੂੰ ਕਿਹਾ ਜਾਂਦਾ ਭਾਵਨ। ਇਹ ਸੰਕਲਪ ਗੌੜੀ ਮਾਲਾ ਰਾਗ ਦੇ ਵਿੱਚ ਮਹਿਲਾ ਪੰਜਵਾਂ, ਸ਼ਾਂਤੀ ਦੇ ਪੁੰਜ, ਬਾਣੀ ਦੇ ਬੋਹਿਤ, ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਬੜਾ ਪਿਆਰਾ ਸ਼ਬਦ ਸਾਡੇ ਲਈ ਪੇਸ਼ ਕਰਦੇ ਨੇ। ਕਹਿੰਦੇ ਭਾਵਨ ਤਿਆਗਿਓ ਰੀ ਤਿਆਗਿਓ। ਇਹ ਸੰਕਲਪ ਕਿ ਹਰ ਕੰਮ ਮੇਰੇ ਹਿਸਾਬ ਨਾਲ ਹੋਵੇ, ਤੇ ਜੋ ਮੇਰੇ ਹਿਸਾਬ ਦੇ ਨਾਲ ਨਹੀਂ ਹੈ ਉਹ ਨਾ ਹੋਵੇ। ਕਹਿੰਦੇ ਇਹ ਸੋਚ ਨੂੰ ਮੈਂ ਤਿਆਗ ਦਿੱਤਾ ਹੈ। ਭਾਵਨ ਤਿਆਗਿਓ ਰੀ ਤਿਆਗਿਓ, ਮੈਂ ਇਸ ਸੰਕਲਪ ਨੂੰ ਤਿਆਗ ਦਿੱਤਾ ਹੈ। ਤਿਆਗਿਓ ਮੈਂ ਗੁਰੂ ਮਿਲ ਤਿਆਗਿਓ, ਗੁਰੂ ਨੂੰ ਮਿਲ ਕੇ ਮੈਂ ਇਸ ਭੁਲੇਖੇ ਨੂੰ, ਇਸ ਦੁਖੀ ਕਰਨ ਵਾਲੇ ਜਿਹੜੇ ਸੰਕਲਪ ਨੂੰ, ਵਿਚਾਰ ਨੂੰ ਮੈਂ ਛੱਡ ਦਿੱਤਾ ਹੈ। ਤੇ ਕੀ ਕੀਤਾ ਹੈ? ਸਰਵ ਸੁਖ ਆਨੰਦ ਮੰਗਲ ਰਸ ਮਾਨ ਗੋਬਿੰਦੈ ਆਗਿਓ। ਗੁਰੂ ਦੀ ਸ਼ਰਨ ਆ ਕੇ ਮੈਨੂੰ ਇਹ ਗੱਲ ਸਮਝ ਆਈ ਹੈ ਕਿ ਗੋਬਿੰਦ ਦੀ, ਅਕਾਲ ਪੁਰਖ ਵਾਹਿਗੁਰੂ ਦੀ ਆਗਿਆ ਨੂੰ ਮੰਨ ਕੇ, ਸਿਰ ਮੱਥੇ ਮੰਨ ਕੇ, ਮਿੱਠਾ ਮੰਨ ਕੇ, ਜਿਵੇਂ ਸਾਡੇ ਬਾਹਰ ਅਸੀਂ ਦੇਖਦੇ ਹਾਂ, ਦੇਖੋ ਜੇਠ ਹਾੜ ਦੀ ਗਰਮੀ ਵੀ ਆਉਂਦੀ ਹੈ, ਪੋਹ ਮਾਘ ਦੀ ਕੜਾਕੇ ਦੀ ਠੰਡ ਵੀ ਆਉਂਦੀ ਹੈ, ਫਿਰ ਆਪਣਾ ਸੌਣ ਭਾਦੋਂ ਦੀ ਮੀਂਹ ਵੀ ਆਉਂਦਾ ਹੈ, ਤੇ ਬਸੰਤ ਰੁੱਤ ਵੀ ਆਉਂਦੀ ਹੈ। ਹੁਣ ਇਹ ਤੇ ਅਸੀਂ ਇਹ ਤੇ ਹੋ ਨਹੀਂ ਸਕਦਾ ਕਿ ਹਮੇਸ਼ਾ ਬਸੰਤ ਰੁੱਤ ਰਵੇ, ਕਿਉਂਕਿ ਸਾਰੇ ਜਿਹੜੇ ਮੌਸਮ ਨੇ, ਵਾਹਿਗੁਰੂ ਨੇ ਸਾਰੀ ਸ੍ਰਿਸ਼ਟੀ ਜਿਹੜੀ ਰਚੀ ਹੈ ਉਹਦੇ ਹਿਸਾਬ ਨਾਲ ਚੱਲਣਾ। ਕਦੀ ਪਸੀਨਾ ਵੀ ਆਉਣਾ ਹੈ, ਕਦੀ ਧੁੱਪ ਵੀ ਆਉਣੀ ਹੈ, ਕਦੀ ਠੰਡ ਵੀ ਆਉਣੀ ਹੈ।
ਸੋ ਇਹ ਉਤਾਰ ਚੜਾਵ ਜਿਹੜੇ ਨੇ ਇਹ ਤੇ ਵਾਹਿਗੁਰੂ ਦੀ ਖੇਡ ਦਾ ਹਿੱਸਾ ਨੇ। ਇਸੇ ਤਰ੍ਹਾਂ ਜਵਾਨੀ ਹੈ, ਬੁਢਾਪਾ ਹੈ, ਜਨਮ ਹੈ, ਮਰਨ ਹੈ। ਜਿੱਥੇ ਲਾਹਾ ਹੈ ਉੱਥੇ ਟੋਟਾ ਵੀ ਹੈ, ਜਿੱਥੇ ਸੁੱਖ ਹੈ ਉੱਥੇ ਦੁੱਖ ਵੀ ਹੈ, ਜਿੱਥੇ ਭੋਗ ਹੈ ਉੱਥੇ ਰੋਗ ਵੀ ਹੈ। ਸੋ ਇਹ ਚੀਜ਼ਾਂ ਨੂੰ ਸਮਝਣਾ ਤੇ ਪ੍ਰਵਾਨ ਕਰਨਾ, ਇਹੀ ਵਾਹਿਗੁਰੂ ਦੀ ਖੇਡ ਨੂੰ ਸਮਝਣਾ ਹੈ, ਹੁਕਮ ਦੀ ਸਮਝਣਾ ਹੈ। ਤੇ ਜੇ ਸੋਚੀ ਮੈਂ ਸਦਾ ਜਵਾਨ ਰਹਾਂ, ਕਦੀ ਬੁੱਢਾ ਹੀ ਨਾ ਹੋਵਾਂ, ਮੈਂ ਜੰਮ ਪਿਆ ਮੈਂ ਕਦੀ ਮਰਾਂ ਹੀ ਨਾ, ਤੇ ਮੈਨੂੰ ਪ੍ਰੋਫਿਟ ਹੀ ਪ੍ਰੋਫਿਟ ਹੋਈ ਜਾਵੇ, ਮੈਨੂੰ ਲਾਸ ਕਦੀ ਹੋਵੇ ਹੀ ਨਾ ਹੋਵੇ, ਜਾਂ ਮੈਨੂੰ ਕਦੀ ਸੱਟ ਵੀ ਨਾ ਲੱਗੇ, ਮੈਂ ਕਦੀ ਬਿਮਾਰ ਵੀ ਨਾ ਹੋਵਾਂ, ਮੇਰੇ ਸਰੀਰ ਨੂੰ ਕਦੀ ਰੋਗ ਵੀ ਨਾ ਲੱਗੇ, ਤੇ ਫਿਰ ਤੇ ਇਹਦੇ ਜੇ ਇਸੀ ਸੋਚ ਵਿੱਚ ਰਵਾਂਗੇ ਫਿਰ ਤੇ ਅਸੀਂ ਉਲਟਾ ਦੁੱਖਾਂ ਦੇ ਹੋਰ ਜ਼ਿਆਦਾ ਸ਼ਿਕਾਰ ਹੋਵਾਂਗੇ। ਸੋ ਕਹਿੰਦੇ ਸਰਬ ਸੁਖ ਆਨੰਦ ਮੰਗਲ ਰਸ, ਸਾਰੇ ਸੁੱਖ, ਸਾਰੀ ਖੁਸ਼ੀਆਂ, ਰਸ, ਆਨੰਦ ਮੈਨੂੰ ਕਿੱਦਾਂ ਮਿਲ ਗਿਆ? ਗੋਬਿੰਦ ਦੀ ਆਗਿਆ ਨੂੰ ਮੰਨ ਕੇ, ਵਾਹਿਗੁਰੂ ਦੇ ਭਾਣੇ ਨੂੰ ਮਿੱਠਾ ਮੰਨ ਕੇ। ਫਿਰ ਅੱਗੇ ਸਮਝਾਉਂਦੇ ਨੇ, ਕਹਿੰਦੇ ਮਾਨ ਅਭਿਮਾਨ ਦੋ ਸਮਾਨੇ, ਵਿਆਖਿਆ ਕਰਦੇ ਮਸਤਕ ਡਾਰ ਗੁਰ ਪਾਗਿਓ, ਡਾਰ ਮੈਨੇ ਡਾਲ ਦਿੱਤਾ, ਸੁੱਟ ਦਿੱਤਾ, ਮਸਤਕ ਮੱਥੇ ਨੂੰ, ਗੁਰ ਪਾਗਿਓ, ਪਾਗਿਓ ਮੈਨੇ ਪੱਗ, ਚਰਨਾਂ ਵਿੱਚ, ਮੈਂ ਗੁਰੂ ਦੇ ਚਰਨਾਂ ਵਿੱਚ ਆਪਣਾ ਮਸਤਕ ਧਰ ਦਿੱਤਾ। ਤੇ ਹੁਣ ਉਸ ਤੋਂ ਉਹਦੀ ਬਰਕਤ ਨਾਲ ਕੀ ਹੋਇਆ? ਮੇਰੇ ਨਾਲ ਕੋਈ ਮਾਣ ਸਤਿਕਾਰ ਦੇ ਨਾਲ ਗੱਲ ਕਰੇ, ਜਾਂ ਮੇਰੇ ਨਾਲ ਕੋਈ ਅਭਿਮਾਨ ਦੇ ਨਾਲ ਆਕੜ ਵਿੱਚ ਆ ਕੇ, ਅਰਥਾਤ ਮੇਰੇ ਨਾਲ ਬੁਰਾ ਵਰਤਾਵ ਕਰੇ, ਮੈਨੂੰ ਦੋਨੋਂ ਬਰਾਬਰ ਜਾਪਦੇ ਨੇ। ਹੁਣ ਮਾਣ ਸਤਿਕਾਰ ਨਾਲ ਜਿਹੜੀ ਕੋਈ ਗੱਲ ਕਰਦਾ, ਮੈਂ ਫੂਕ ਵਿੱਚ ਨਹੀਂ ਆਉਂਦਾ। ਜੇ ਅਭਿਮਾਨ ਦੇ ਨਾਲ ਗੱਲ ਕਰਦਾ ਹੈ ਤੇ ਮੈਂ ਆਪਣੇ ਦਿਲ ਨੂੰ ਗੱਲ ਨਹੀਂ ਲਾਉਂਦਾ। ਕਿਉਂ? ਕਿਉਂਕਿ ਮੈਂ ਆਪਣਾ ਸਿਰ ਜਿਹੜਾ ਹੈ ਗੁਰੂ ਦੇ ਚਰਨਾਂ ਵਿੱਚ ਸੁੱਟ ਦਿੱਤਾ ਹੈ। ਫਿਰ ਕਹਿੰਦੇ ਸੰਪਤ ਹਰਕ ਨਾ ਆਪਤ ਦੁਖਾ, ਸੰਪਤ ਮੈਨੇ ਸੰਪਦਾ, ਪੈਸਾ, ਪ੍ਰੋਸਪੈਰਿਟੀ, ਖੁਸ਼ਹਾਲੀ, ਹਰਖ ਮੈਨੇ ਖੁਸ਼ੀ। ਕਹਿੰਦੇ ਹੁਣ ਪੈਸੇ ਆਏ ਤੇ ਮੈਂ ਖੁਸ਼ ਨਹੀਂ ਹੁੰਦਾ, ਨਾ ਆਪਤ ਦੁਖਾ, ਆਪਤ ਮੈਨੇ ਵਿਪਦਾ, ਐਡਵਰਸਿਟੀ, ਮੁਸੀਬਤ, ਔਖ, ਔਂਕੜ ਆ ਗਈ, ਦੁੱਖਾ। ਹੁਣ ਵਿਪਦਾ ਆਉਣ ਤੇ ਮੈਂ ਦੁਖੀ ਨਹੀਂ ਹੁੰਦਾ। ਕਿਉਂ? ਹੋਇਆ ਕਿ ਇਹ ਰੰਗ ਠਾਕੁਰ ਹੈ ਲਾਗਿਓ। ਹੁਣ ਮੇਰਾ ਰੰਗ ਜਿਹੜਾ ਹੈ, ਮੇਰਾ ਪਿਆਰ ਹੈ, ਉਹ ਠਾਕੁਰ ਨਾਲ ਲੱਗ ਗਿਆ। ਹੁਣ ਜਿਹੜੀ ਮਾਇਆ ਹੈ ਇਹ ਤੇ ਚੰਚਲ ਹੈ, ਇਹਨੇ ਆਣਾ ਵੀ ਹੈ, ਜਾਣਾ ਵੀ ਹੈ। ਤੇ ਜੇ ਆਈ ਚਲਾਈ ਚੀਜ਼ ਦੇ ਨਾਲ ਤੁਸੀਂ ਚਿੱਤ ਜੋੜੋਗੇ ਤੇ ਜਿਹੜੇ ਆਏਗੀ ਤੇ ਖੁਸ਼ੀ ਹੋਏਗੀ, ਜਿਹੜੇ ਜਾਏਗੀ ਤੇ ਫਿਰ ਉਹ ਖੁਸ਼ੀ ਲੈ ਵੀ ਜਾਏਗੀ, ਦੁਖੀ ਹੋਏਗੀ। ਤੇ ਵਾਹਿਗੁਰੂ ਦਾ ਕੀ ਹੈ? ਉਹ ਕਹਿੰਦੇ ਨਾ ਆਵੇ ਨਾ ਜਾਵੇ, ਫਿਰ ਸਦਾ, ਉਹ ਹਮੇਸ਼ਾ ਟਿਕਿਆ ਰਹਿਣ ਵਾਲਾ ਹੈ। ਉਹ ਆਉਂਦਾ ਨਹੀਂ, ਜਾਂਦਾ ਨਹੀਂ, ਨਾ ਉਹ ਮਰੇ ਨਾ ਹੋਵੇ ਸੋਗ, ਨਾ ਉਹ ਮਰਦਾ ਹੈ ਤੇ ਨਾ ਹੀ ਕਦੀ ਦੁੱਖ ਹੁੰਦਾ ਹੈ। ਸੋ ਮੇਰਾ ਪਿਆਰ ਮੇਰੇ ਠਾਕੁਰ ਨਾਲ ਪੈ ਗਿਆ ਹੈ ਤੇ ਮੇਰਾ ਠਾਕੁਰ ਹਮੇਸ਼ਾ ਮੇਰੇ ਅੰਗ ਸੰਗ ਹੈਗਾ, ਉਹ ਕਦੀ ਮੈਨੂੰ ਛੱਡ ਕੇ ਜਾਂਦਾ ਨਹੀਂ। ਤੇ ਹੁਣ ਸੰਪਤ ਹਰਕ ਨਾ ਆਪਤ ਦੁੱਖਾ ਵਾਲੀ ਅਵਸਥਾ ਬਣ ਗਈ। ਅੱਗੇ ਦੇਖੀਏ, ਕਹਿੰਦੇ ਬਾਸ ਬਾਸਰੀ ਏਕੈ ਸੁਆਮੀ। ਬਾਸ ਦਾ ਮਤਲਬ ਵਾਸ਼ਨਾ ਵੀ ਹੁੰਦਾ ਹੈ, ਬਾਸ ਦਾ ਮਤਲਬ ਵਸੇਬਾ, ਵਸਣ ਦੀ ਕਿਰਿਆ ਵੀ ਹੁੰਦਾ ਹੈ, ਤੇ ਬਾਸ ਦਾ ਮਤਲਬ ਜਿਸ ਥਾਂ ਤੇ ਵਸੇਬਾ ਕੀਤਾ ਜਾਂਦਾ ਹੈ ਉਸ ਘਰ ਨੂੰ, ਟਿਕਾਣੇ ਨੂੰ ਵੀ ਬਾਸ ਕਿਹਾ ਜਾਂਦਾ। ਇੱਥੇ ਬਾਸ ਦਾ ਅਰਥ ਹੈ ਘਰ, ਟਿਕਾਣਾ, ਜਿੱਥੇ ਲੋਕੀ ਸਮਾਜ ਵਿੱਚ, ਸ਼ਹਿਰਾਂ ਵਿੱਚ, ਕਸਬਿਆਂ ਵਿੱਚ ਰਹਿੰਦੇ ਨੇ। ਕਹਿੰਦੇ ਬਾਸ ਬਾਸਰੀ ਏਕੈ ਸੁਆਮੀ, ਕਹਿੰਦੇ ਮੈਨੂੰ ਹੁਣ ਹਰ ਘਰ ਵਿੱਚ, ਹਰ ਥਾਂ ਤੇ, ਹਰ ਘਰ ਵਿੱਚ ਮੈਨੂੰ ਇੱਕੋ ਸੁਆਮੀ ਨਜ਼ਰ ਆਉਂਦਾ ਹੈ, ਵਾਹਿਗੁਰੂ ਵਸਦਾ ਨਜ਼ਰ ਆਉਂਦਾ ਹੈ। ਉਦਿਆਨ ਦਿਸ਼ਟਾਗਿਓ, ਉਦਿਆਨ ਮੈਨੇ ਜੰਗਲ, ਤੇ ਮੈਨੂੰ ਜੰਗਲਾਂ ਵਿੱਚ ਵੀ ਉਹੀ ਨਜ਼ਰ ਆਉਂਦਾ ਹੈ। ਹੁਣ ਮੈਨੂੰ ਜੰਗਲ ਵਿੱਚ ਜਾਣ ਦੀ ਲੋੜ ਨਹੀਂ, ਮੈਨੂੰ ਘਰ ਵਿੱਚ ਵੀ, ਹਰ ਘਰ ਵਿੱਚ ਉਹੀ ਨਜ਼ਰ ਆਉਂਦਾ ਹੈ। ਫਿਰ ਕਹਿੰਦੇ ਨਿਰਭਉ ਭੈ ਸੰਤ ਭ੍ਰਮ ਡਾਰਿਓ। ਗੁਰੂ ਸੰਤ ਦੀ ਬਖਸ਼ਿਸ਼ ਦੇ ਨਾਲ, ਗੁਰੂ ਸੰਤ ਨੇ ਮੇਰਾ ਭੁਲੇਖਾ, ਮੇਰੀ ਭਟਕਣਾ ਡਾਰਿਓ ਮੈਨੇ ਲਾ ਕੇ ਸੁੱਟ ਦਿੱਤਾ ਹੈ। ਤੇ ਕੀ ਪਤਾ ਲੱਗੇ? ਪੂਰਨ ਸਰਬਾਗਿਓ। ਤੇ ਮੈਨੂੰ ਇਹ ਗੱਲ ਸਮਝ ਆ ਗਈ, ਸਰਬਾਗਿਓ ਦਾ ਮਤਲਬ ਹੈ ਸਰਬੱਗ। ਇਹ ਸ਼ਬਦ ਦੇ ਨਾਲ ਜੁੜਦੇ ਹੋਰ ਸ਼ਬਦ ਦੱਸਦਾ, ਤੁਹਾਨੂੰ ਚੇਤਾ ਸੌਖਾ ਰਹਿ ਜਾਣਗੇ। ਅਲਪਗ ਹੁੰਦਾ ਹੈ ਥੋੜਾ ਜਾਣਨ ਵਾਲਾ, ਵਿਸ਼ੇਸ਼ਗ ਹੁੰਦਾ ਹੈ ਵਿਸ਼ੇਸ਼ ਜਾਣਕਾਰੀ ਰੱਖਣ ਵਾਲਾ, ਵਿਸ਼ੇਸ਼ਗ। ਅਲਪਗ ਥੋੜਾ ਜਾਣਨ ਵਾਲਾ, ਤੇ ਨਿਰਭਗ ਹੁੰਦਾ, ਨਿਰਭਿਗ ਹੁੰਦਾ ਜਿਹਨੂੰ ਕੁਝ ਨਹੀਂ ਪਤਾ ਹੈਗਾ, ਤੇ ਸਰਬਗ ਜੋ ਸਭ ਕੁਝ ਜਾਣਨ ਵਾਲਾ। ਸੋ ਜਾਣਨ ਵਾਲੀ ਦੀ ਕੋਈ ਹਸਤੀ ਹੈਗੀ ਹੈ, ਉਹ ਅਕਾਲ ਪੁਰਖ ਵਾਹਿਗੁਰੂ ਜਾਂ ਗੁਰੂ ਦਾ ਰੂਪ ਜਿਹੜਾ ਹੈ। ਕਹਿੰਦੇ ਪੂਰਨ ਵਾਹਿਗੁਰੂ ਸਰਵ ਵਿਆਪਕ, ਜਿਹੜਾ ਸਰਬਾਗਿਓ, ਜੋ ਸਭ ਕੁਝ ਜਾਣਨ ਵਾਲਾ ਹੈ, ਸਾਰਿਆਂ ਦੇ ਦਿਲਾਂ ਦੀ ਜਾਣਦਾ ਹੈ। ਮੈਨੂੰ ਉਹਦੇ ਬਾਰੇ ਪਤਾ ਲੱਗ ਗਿਆ, ਗੁਰੂ ਨੇ ਮੇਰੇ ਦਰਸ਼ਨ ਕਰਾਤੇ ਤੇ ਮੇਰੀ ਸਾਰੀ ਭਟਕਣਾ ਮੁੱਕ ਗਈ ਤੇ ਮੈਂ ਹੁਣ ਨਿਡਰ ਹੋ ਗਿਆ, ਨਿਰਭਉ ਭੈ, ਮੈਂ ਹੁਣ ਨਿਰਭਉ ਹੋ ਗਿਆ। ਜੋ ਕਿਛ ਕਰਤਾ ਕਾਰਨ ਕੀਨੋ, ਜੋ ਕਿਛ ਕਰਨ ਹਾਰ ਕਰਤੇ ਵਾਹਿਗੁਰੂ ਨੇ ਕਾਰਨ ਬਣਾਇਆ ਹੈ। ਕਾਰਨ ਮੈਨੇ ਸਬਬ ਬਣਾਇਆ ਹੈ, ਕੁਛ ਵਾਪਰਨ ਦਾ, ਕੁਛ ਹੋਣ ਦਾ, ਜੋ ਵੀ ਉਹਨੇ ਰੀਜ਼ਨ ਬਣਾਇਆ ਹੈ। ਮਨ ਬੁਰਾ ਨਾ ਲੱਗਿਓ, ਓਏ ਹੋਏ ਕੀ ਬਾਤ ਹੈ, ਮੇਰੇ ਮਨ ਨੂੰ ਬੁਰਾ ਲੱਗਦਾ ਹੀ ਨਹੀਂ। ਮੈਨੂੰ ਬਿਲਕੁਲ ਨਹੀਂ ਬੁਰਾ ਲੱਗਦਾ ਕਿ ਵਾਹਿਗੁਰੂ ਨੇ ਇਹ ਕਿਉਂ ਕੀਤਾ, ਇਹ ਕਿਉਂ ਕੀਤਾ। ਕਿੰਨੀ ਉੱਚੀ ਅਵਸਥਾ ਹੈ ਗੁਰੂ ਸਾਹਿਬ ਦੀ। ਜੋ ਕੁਛ ਕਰਤਾ ਹੈ ਕਾਰਨ ਕੀਨੋ, ਮਨ ਬੁਰੋ ਨਾ ਲਾਗਿਓ। ਫਿਰ ਕਹਿੰਦੇ ਸਾਧ ਸੰਗਤ ਪ੍ਰਸਾਦ ਸੰਤਨ ਕੈ, ਕਹਿੰਦੇ ਸਤ ਸੰਗਤ ਵਿੱਚ ਆ ਕੇ ਸੰਤਨ ਕੈ ਪ੍ਰਸਾਦ, ਅਰਥਾਤ ਗੁਰਮੁਖਾਂ ਦੀ ਕਿਰਪਾ ਸਦਕਾ ਸੋਇਓ ਮਨ ਜਾਗਿਓ,
मेरा सुता होया मन, मन किस सौंदा है? मन सोया माया बिस्माद, माया की चकाचौंध विच जो एकदम माया च खुभ गया सीगा, मिल माया सुरत गवाई, जिहड़ी सुरत चली गई सीगी, वो मन जाग पिया है, अर्थात सुता मन जाग पिया है, माया दे मोह दी नींद मुक गई है। जन नानक ओढ़ तो हारी परेओ, हे दास नानक आख, हे वाहिगुरु जी सच्चे पातशाह, मैं तुहाडी ओट विच आया हाँ, आयो सरनाग्यो, मैं तुहाडी शरण आया हाँ, मैं तुहाडी ओट तुहाडा आसरा तकिया है, नाम रंग सहज रस माणे, फिर दुख ना लाग्यो। ते तुहाडी शरण च आके तुहाडी ओट लैके नाम दा रंग, नाम दा प्यार, सहज रस माणे, आत्मक अडोलता दा रस जिहड़ा बंदा माणदा है, फिर दुख ना लाग्यो। ਉਹਦੀ ਜ਼ਿੰਦਗੀ ਵਿੱਚ ਫਿਰ ਕਦੀ ਦੁੱਖ ਵਿਆਪਦਾ ਨਹੀਂ, ਦੁੱਖ ਨੂੰ ਕਦੀ ਦੁਖੀ ਨਹੀਂ ਕਰ ਸਕਦਾ। ਤੇ ਅੰਤ ਵਿੱਚ ਆਪਾਂ ਇੱਕ ਭਾਈ ਗੁਰਦਾਸ ਜੀ ਦਾ ਕਵਿਤ ਜਿਹੜਾ ਹੈ ਉਹ ਵੀ ਜ਼ਰੂਰ ਸਾਂਝਾ ਕਰਾਂ। ਗੁਰਮੁਖ ਹਉਮੈ ਪਰ ਹਰੈ, ਅਰਥਾਤ ਗੁਰਮੁਖ ਦੀ ਕੀ ਨਿਸ਼ਾਨੀ ਹੈ? ਹਉਮੈ ਪਰ ਹਰੇ ਉਹਨੇ ਤਿਆਗ ਦੇਣਾ, ਉਹ ਹਉਮੈ ਨੂੰ ਤਿਆਗਦਾ ਹੈ। ਮਨ ਭਾਵੈ ਖਸਮੇ ਕਾ ਭਾਣਾ, ਤੇ ਮਨ ਵਿੱਚ ਖਸਮ ਦਾ ਭਾਣਾ, ਖਸਮ ਨੂੰ ਜੋ ਚੰਗਾ ਲੱਗਦਾ ਹੈ, ਖਸਮ ਦੀ ਜੋ ਰਜ਼ਾ ਹੈ ਉਹ ਉਹਨੂੰ ਚੰਗਾ ਲੱਗਦਾ ਹੈ। ਗੁਰਮੁਖ ਦੀ ਨਿਸ਼ਾਨੀ ਆਉਂਦੀ। ਪੈਰੀ ਪੈ ਪਾ ਖਾਕ ਪਏ, ਪਾ ਖਾਕ, ਪਾ ਮੈਨੇ ਪੈਰ, ਖਾਕ ਮੈਨੇ ਧੂੜ, ਪੈਰਾਂ 'ਚ ਪੈ ਕੇ ਪਾ ਖਾਕ ਹੋਏ, ਚਰਨਾਂ ਦੀ ਧੂੜ ਬਣ ਜਾਂਦਾ ਹੈ, ਅਰਥਾਤ ਅਤਿ ਨਿਮਰਤਾ ਵਿੱਚ ਆ ਜਾਂਦਾ ਹੈ। ਦਰਗਹਿ ਪਾਵੈ ਮਾਣ ਨਿਮਾਣਾ, ਇਸ ਤਰ੍ਹਾਂ ਨਿਮਾਣਾ ਹੋ ਕੇ ਉਹ ਦਰਗਾਹ ਦੇ ਵਿੱਚ ਅਕਾਲ ਪੁਰਖ ਦੀ ਹਜ਼ੂਰੀ ਵਿੱਚ ਮਾਣ ਪ੍ਰਾਪਤ ਕਰਦਾ ਹੈ। ਵਰਤਮਾਨ ਵਿੱਚ ਵਰਤਦਾ ਹੋਣਹਾਰ ਸੋਈ ਪਰਵਾਣਾ। ਮੈਂ ਤੇ ਹੈਰਾਨ ਹੈਗਾ, ਅੱਜ ਦੇ ਵੱਡੇ ਵੱਡੇ ਸਾਈਕੀਆਟ੍ਰਿਸਟ, ਸਾਈਕੋਲੋਜੀ ਜਾਂ ਜਿਹੜੇ ਹੈ ਲਾਈਫ ਸਟਾਈਲ ਕੋਚ ਜਾਂ ਕਿਹੜੇ ਉਹ ਪਤਾ ਨਹੀਂ ਕਿਹੜੇ ਕਿਹੜੇ ਗੁਰੂ ਬਣੇ ਹੋਏ ਨੇ, ਹਨਾ, ਉਹ ਪੈਸੇ ਲੈਂਦੇ ਨੇ ਸੈਮੀਨਾਰ ਕਰਨ ਦੇ, ਤੇ ਉਹ ਕਹਿੰਦੇ ਲਿਵ ਇਨ ਦਾ ਪ੍ਰੈਜ਼ੈਂਟ, ਫਲਾਨਾ ਪ੍ਰੈਜ਼ੈਂਟ ਦੇ। ਮਤਲਬ ਕਿ ਸਾਨੂੰ ਤੇ ਮੈਂ ਕਹਿੰਦਾ ਅਸੀਂ ਜੇ ਬਾਣੀ ਪੜ੍ਹੀਏ, ਭਾਈ ਗੁਰਦਾਸ ਜੀ ਨੂੰ ਪੜ੍ਹੀਏ, ਸਾਨੂੰ ਤੇ ਕਿਸੇ ਸਾਈਕੋਲੋਜੀ ਦੀ ਲੋੜ ਹੀ ਨਹੀਂ ਹੈਗੀ। ਸਾਡੀ ਕਮਾਲ ਦੀ ਇੰਨੀ ਕਾਉਂਸਲਿੰਗ ਜ਼ਬਰਦਸਤ ਹੈਗੀ ਹੈ, ਪਰ ਅਸੀਂ ਨਾ ਪੜ੍ਹਦੇ ਹਾਂ, ਨਾ ਪ੍ਰਚਾਰਦੇ ਹਾਂ, ਨਾ ਲੋਕਾਂ ਨੂੰ ਪੜ੍ਹਨ ਲਈ ਕਹਿੰਦੇ ਹਾਂ। ਵਰਤਮਾਨ ਵਿੱਚ ਵਰਤਦਾ ਹੋਵਨਹਾਰ ਸੋਈ ਪਰਵਾਣਾ, ਕਹਿੰਦੇ ਜਿਹੜਾ ਗੁਰਮੁਖ ਹੈ ਉਹ ਵਰਤਮਾਨ ਵਿੱਚ ਵਰਤਦਾ ਹੈ। ਵਰਤਮਾਨ ਵਿੱਚ ਵਰਤਣ ਦਾ ਮਤਲਬ ਕੀ ਹੈਗਾ? ਅਰਥਾਤ ਲਿਵ ਇਨ ਦੀ ਪ੍ਰੈਜ਼ੈਂਟ। ਪਾਸਟ ਨੂੰ ਲੈ ਕੇ ਝੂਰਨਾ ਨਹੀਂ, ਤੇ ਫਿਊਚਰ ਨੂੰ ਲੈ ਕੇ ਚਿੰਤਿਤ ਨਹੀਂ ਹੋਣਾ, ਡਰਨਾ ਨਹੀਂ, ਘਬਰਾਉਣਾ ਨਹੀਂ, ਕਿਉਂਕਿ ਅਸੀਂ ਪ੍ਰੈਜ਼ੈਂਟ ਨੂੰ ਸੰਭਾਲਿਆ। ਜਿਸ ਮਨੁੱਖ ਨੇ ਪ੍ਰੈਜ਼ੈਂਟ ਨੂੰ ਸੰਭਾਲਿਆ ਉਹਨੂੰ ਫਿਊਚਰ ਬਾਰੇ ਚਿੰਤਾ ਕਰਨ ਦੀ ਲੋੜ ਹੀ ਨਹੀਂ। ਤੇ ਪ੍ਰੈਜ਼ੈਂਟ ਨੂੰ ਸੰਭਾਲਣਾ ਕਿੱਦਾਂ ਹੈ? ਗੁਰੂ ਸਾਹਿਬ ਕਹਿੰਦੇ ਨੇ, ਹਰ ਜਪਦਿਆਂ ਖਿਨ ਢਿੱਲ ਨਾ ਕੀਚੇ ਮੇਰੀ ਜਿੰਦੜੀਏ, ਮਤ ਜਾਪੇ ਕੇ ਸਾਹ ਆਵੇ ਕਿ ਨਾ ਆਵੇ। ਤੇ ਇਹ ਸਮਝ ਲਓ ਕਿ ਮੈਂ ਮਰ ਗਿਆ, ਹੁਣ ਜੇ ਮਰ ਗਿਆ ਤੇ ਮੇਰਾ ਤਾਂ ਕੁਛ ਹੈ ਹੀ ਨਹੀਂ ਇੱਥੇ, ਨਾ ਮੇਰਾ ਘਰ ਹੈਗਾ, ਨਾ ਮੇਰਾ ਬੈਂਕ ਬੈਲੈਂਸ ਹੈ, ਨਾ ਮੇਰੀ ਫੈਕਟਰੀਆਂ ਹੈ, ਮੇਰਾ ਕੁਛ ਹੈ ਹੀ ਨਹੀਂ। ਨਥਿੰਗ ਬਿਲੋਂਗਸ ਟੂ ਮੀ, ਮੇਰਾ ਮੁਝ में ਕੁਛ ਨਹੀਂ, ਜੋ ਕੁਛ ਹੈ ਸੋ ਤੇਰਾ। ਸੋ ਇਸ ਘੜੀ ਮਰਨਾ ਹਰ ਵੇਲੇ, ਕਿ ਬਸ ਇਹੀ ਘੜੀ ਜੀਣ ਵਾਲੀ ਹੈਗੀ ਹੈ। ਤੇ ਜਦ ਬੰਦਾ ਏਦਾਂ ਰਹੇਗਾ ਤੇ ਉਸ ਬੰਦੇ ਦੇ ਬਿਮਾਰ ਹੋਣ ਦਾ, ਮਾਨਸਿਕ ਤੌਰ ਤੇ ਪਰੇਸ਼ਾਨ ਹੋਣ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ। ਵਰਤਮਾਨ ਵਿੱਚ ਵਰਤਦਾ ਹੋਵਨਹਾਰ ਸੋਈ ਪਰਵਾਣਾ, ਜੋ ਹੋਣ ਵਾਲਾ ਹੈ, ਕਿਉਂਕਿ ਵਾਹਿਗੁਰੂ ਦੇ ਭਾਣੇ ਉਸਤੇ ਹੋਏ ਸੋ ਨਾ ਹੀ ਬੁਰਾ। ਗੁਰੂ ਸਾਹਿਬ ਕਹਿੰਦੇ ਨਾ, ਉਰੇ ਕਹੋ ਕਿਨੇ ਕਛ ਕਰਾ, ਉਰੇ ਕਹੋ, ਕਹਿੰਦੇ ਉਹ ਤੋਂ ਉਰੇ ਹੋ ਕੇ, ਅਰਥਾਤ ਰੱਬ ਤੋਂ ਇਲਾਵਾ ਦੱਸੋ ਪੜਨ ਵਾਲਾ ਕੌਣ ਹੈ? ਉਸਤੇ ਹੋਏ ਸੋ ਨਾ ਹੀ ਬੁਰਾ। ਰੱਬ ਕਦੀ ਕੋਈ ਬੁਰਾ ਕੰਮ ਨਹੀਂ ਕਰਦਾ, ਉਹ ਤੇ ਭਲਾ ਹੀ ਭਲਾ ਕਰਦਾ ਹੈ। ਸੋ ਹੋਵਨਹਾਰ ਸੋਈ ਪਰਵਾਣਾ, ਜੋ ਹੋਣ ਵਾਲਾ ਹੈ ਉਹਨੂੰ ਪ੍ਰਵਾਨ ਕਰਤਾ ਹੈ। ਕਾਰਨ ਕਰਤਾ ਜੋ ਕਰੇ ਸਿਰ ਧਰ ਮਨ ਕਰੇ ਸ਼ੁਕਰਾਨਾ। ਕਾਰਨ ਕਰਤਾ ਜੋ ਕਰਦਾ ਹੈ, ਜੋ ਨੇ ਸਬਬ ਬਣਾਇਆ ਹੈ, ਜੋ ਨੇ ਰੀਜ਼ਨ ਬਣਾਇਆ ਹੈ, ਸਿਰ ਤੇ ਮਿੱਠਾ ਕਰਕੇ ਉਹਨੂੰ ਵਾਹਿਗੁਰੂ ਦਾ ਹਮੇਸ਼ਾ ਸ਼ੁਕਰਾਨਾ ਕਰਦਾ ਹੈ, ਕਦੀ ਉਲਾਮੇ ਨਹੀਂ ਦਿੰਦਾ, ਕਦੀ ਗਿਲੇ ਸ਼ਿਕਵੇ ਨਹੀਂ ਕਰਦਾ। ਰਾਜ਼ੀ ਹੋਏ ਰਜ਼ਾਏ ਵਿੱਚ, ਤੇ ਪਰਮਾਤਮਾ ਦੀ ਰਜ਼ਾ ਵਿੱਚ ਰਾਜ਼ੀ ਹੁੰਦਾ ਹੈ। ਰਾਜ਼ੀ ਵੀ ਮਤਲਬ ਬੱਧਾ ਰੁੱਧਾ ਨਹੀਂ ਜੀ, ਭਾਣਾ ਮਿੱਠਾ ਮੰਨਣਾ ਪੈਣਾ ਹੈ, ਹੁਣ ਕੀ ਕਰੀਏ, ਨਾ, ਮਨ ਕਰਕੇ। ਰਾਜ਼ੀ ਹੋਏ ਰਜ਼ਾਏ ਵਿੱਚ, ਦੁਨੀਆ ਅੰਦਰ ਜਿਉਂ ਮਹਿਮਾਨਾ, ਜਿਵੇਂ ਪ੍ਰਾਹੁਣਾ ਹੁੰਦਾ ਹੈ, ਪ੍ਰਾਹੁਣਾ ਘਰ ਆਉਂਦਾ, ਇੱਕ ਮਾੜਾ ਝੋਲਾ ਲੈ ਕੇ ਆਉਂਦਾ, ਫਿਰ ਚਲ ਜਾਂਦਾ, ਉੱਪਰ ਜਿਹਦੇ ਘਰ ਰਹਿੰਦਾ ਸੋਫਾ ਵੀ ਵਰਤਦਾ, ਉਹਨਾਂ ਦੇ ਪ੍ਰਸ਼ਾਦਾ ਪਾਣੀ ਵੀ ਛਕਦਾ ਹੈ, ਭਾਂਡੇ ਵੀ ਵਰਤਦਾ, ਬਾਥਰੂਮ ਵੀ ਵਰਤਦਾ, ਪਰ ਉਹ ਕਿਸੇ ਚੀਜ਼ ਨਾਲ ਚਿੱਤ ਨਹੀਂ ਜੋੜਦਾ। ਤੇ ਵਾਹਿਗੁਰੂ ਸਾਡਾ ਅਕਾਲ ਪੁਰਖ, ਵਾਹਿਗੁਰੂ ਸਾਡਾ ਮਹਿਮਾਨ ਨਵਾਜ਼ ਹੈ, ਤੇ ਅਸੀਂ ਉਹਦੇ ਪ੍ਰਾਹੁਣੇ ਹੈਗੇ ਹਾਂ। ਤੇ ਦੁਨੀਆ ਅੰਦਰ ਜਿਉਂ ਮਹਿਮਾਨ, ਵਿਸਮਾਦੀ ਵਿਸਮਾਦ ਵਿੱਚ ਕੁਦਰਤ ਕਾਦਰ ਨੋ ਕੁਰਬਾਨ। ਉਹ ਤੇ ਵਿਸਮਾਦੀ ਹੋ ਕੇ ਵਾਹਿਗੁਰੂ ਦੀ ਕੁਦਰਤ ਵਿੱਚ ਜੋ ਦੇਖਦਾ ਹੈ, ਉਹਦੀ ਖੇਡ ਦੇਖਦਾ ਹੈ, ਉਹ ਚ ਵਿਸਮਿਆ, ਬਿਲਕੁਲ ਹੈਰਾਨੀ ਵਿੱਚ ਆ ਜਾਂਦਾ ਹੈ, ਵਾਹ ਵਾਹ ਕਰਦਾ ਹੈ, ਵਾਹ ਵਾਹ ਕਰਦਾ ਹੈ, ਵਾਹਿਗੁਰੂ 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 ਕਰਦਾ ਹੈ। ਤੇ ਕੁਦਰਤ ਕਾਦਰ ਤੋਂ ਨੋ ਕੁਰਬਾਨਾ, ਉਹ ਉਸ ਕਾਦਰ ਤੋਂ, ਉਹਦੀ ਬਣਾਈ ਕੁਦਰਤ ਤੋਂ
ਆਸ਼ਾ ਕਰਦਾ ਹੈ, ਕੁਰਬਾਨ ਜਾਂਦਾ ਹੈ, ਬਲਹਾਰ ਜਾਂਦਾ ਹੈ। ਲੇਪ ਅਲੇਪ ਸਦਾ ਨਿਰਵਾਣਾ। ਤੇ ਉਹ ਫਿਰ ਇਸ ਜਿਹੜੀ ਹੈ ਸਾਰੀ ਖੇਡ ਹੈ ਇਹ ਚੋਂ ਅਲੇਪ ਰਹਿੰਦਾ। ਇਹਦਾ ਲੇਪ ਜਿਹੜਾ ਹੈ ਆਪਣੇ ਤੇ ਲੱਗਣ ਨਹੀਂ ਦਿੰਦਾ, ਮਾਇਆ ਦੇ ਪ੍ਰਭਾਵ ਨੂੰ ਪੈਣ ਨਹੀਂ ਦਿੰਦਾ। ਸਦਾ ਨਿਰਵਾਣਾ, ਹਮੇਸ਼ਾ ਵਾਸ਼ਨਾ ਤੋਂ ਰਹਿਤ ਪਵਿੱਤਰ ਹੋ ਕੇ ਵਾਹਿਗੁਰੂ ਦੀ ਬਾਣੀ ਸਦਕਾ, ਗੁਰੂ ਦੀ ਬਾਣੀ ਪੜ੍ਹਦਾ ਹੈ, ਵਿਚਾਰਦਾ ਹੈ, ਸੁਣਦਾ ਹੈ ਤੇ ਫਿਰ ਆਪਣੀ ਸੁਰਤ ਨੂੰ ਇਸ ਤਰ੍ਹਾਂ ਟਿਕਾਣੇ ਤੇ ਰੱਖਦਾ ਹੈ। ਸੋ ਐਸੀ ਵਿਚਾਰਾਂ ਜੀ ਜਿਨ੍ਹਾਂ ਦਾ ਥੀਮ ਸੀ, ਜਿਹਦਾ ਕੇਂਦਰੀ ਭਾਵ ਸੀ ਭਾਣਾ, ਜੋ ਸਾਡੇ ਮੈਂ ਸਮਝਦਾ ਸਿੱਖੀ ਦੀ ਸਾਰੀ ਤਾਕਤ, ਸਿੱਖੀ ਦੀ ਸਾਰੀ ਚੜ੍ਹਦੀ ਕਲਾ ਜਾਂ ਸਿੱਖੀ ਦਾ ਜੋ ਸਾਰਾ ਫਲਸਫਾ ਹੈ ਉਹ ਇਹਦੇ ਇਰਦ ਗਿਰਦ ਹੀ, ਭਾਣੇ ਦੇ ਇਰਦ ਗਿਰਦ ਹੀ ਘੁੰਮਦਾ ਹੈ। ਸੋ ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ, ਭੁੱਲਾਂ ਚੁੱਕਾਂ ਦੀ ਖਿਮਾ। ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। YouTube ਚੈਨਲ ਟਕਸਾਲ ਤੇ ਜਾ ਕੇ ਤੁਸੀਂ ਇੱਕ ਪਲੇਲਿਸਟ ਹੈ ਆਓ ਗੁਰਬਾਣੀ ਸਿੱਖੀਏ, ਉਹਦੇ ਵਿੱਚ ਕੁਝ ਵੀਡੀਓ ਗੁਰਬਾਣੀ ਦੇ ਵਿਸ਼ਿਆਂ ਨੂੰ ਲੈ ਕੇ ਛੋਟੇ ਛੋਟੇ ਬਣਾਏ ਨੇ। ਸੋ ਆਪ ਜੀ ਉਹਨਾਂ ਨੂੰ ਵੀ ਦੇਖਣ ਦਾ ਯਤਨ ਕਰੋ। ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।